परम कृपाला श्री गुरु गोबिंद सिंह बिसाला करौं तहरा पर पर पुन 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 सीसा वाहिगुरु पुन पुन सीसा बंदों बार 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 जगदीसा एकंकार सतगुरु सतगुरु तिह तिह प्रसाद प्रसाद सच होए। वाहिगुरु जी की फतेह। फतेह है विघ्न विघ्न विनाशन विनाशन सोए। जिसमह अमृत ज्ञान है माणक भगत वैराग गुरु ग्रंथ साहिब उदद बंदों बंदों कर। कर अनुराग गुरु ग्रंथ साहिब उदद बंदों बंदों कर कर अनुराग। अनुराग। सतनाम श्री वाहिगुरु साहिब जीओ। दोहरा सच बताओ तू कौन है, ईंधन जैसी रीत मुसलमान क्यों कर सकें जो ऐसी विपरीत। तो बै वक्त किए सैन को जानत नहीं निवाज। कहते आए गवार तू न ईमान की लाज। उठ बैठे श्री गुर तबे सुमति देन बेसाल। नीकी करन निवाज को कहें शलोक तैं काल। वाहिगुरु जी का खालसा खालसा वाहिगुरु जी की फतेह। परम सत्कार योग सम्मान योग गुरु की साजी और नवाजी हुई गुरु का खास रूप गुरु खालसा साध संगत वडभागी हो कि निता प्रति जगत गुरु श्री गुरु ग्रंथ साहिब जी के पवित्र चरनां च हाजरियां भर के तिलक जंजू दे राखे सतगुरु नौवें पातशाह धन गुरु तेग बहादुर साहब जी दे पावन पवित्र इतिहासक ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਕਰਦਿਆਂ ਮੱਕੇ ਪਹੁੰਚੇ ਹਨ। ਇਸਲਾਮ ਧਰਮ ਦਾ ਮਹਾਨ ਕੇਂਦਰੀ ਸਥਾਨ ਹੈ ਮੱਕੇ ਸ਼ਹਿਰ ਵਿੱਚ ਕਾਬਾ। ਉਸ ਤੋਂ ਪਰੇ ਜਿਤਨਾ ਵੀ ਇਸਲਾਮ ਧਰਮ ਹੈ ਕਿਸੇ ਹੋਰ ਆਪਣੇ ਧਰਮ ਸਥਾਨ ਨੂੰ ਵੱਧ ਅਹਿਮੀਅਤ ਨਹੀਂ ਦਿੰਦਾ। ਪੂਰੇ ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਮੁਸਲਮਾਨ ਵਸਦੇ ਨੇ ਉਹ ਜਦੋਂ ਵੀ ਨਮਾਜ਼ ਪੜ੍ਹਦੇ ਨੇ ਮੱਕੇ ਵਾਲੇ ਪਾਸੇ ਕਾਬੇ ਵਾਲੇ ਪਾਸੇ ਮੁਖ ਕਰਕੇ ਪੜ੍ਹਦੇ ਹਨ। ਭਾਰਤ ਵਿੱਚ ਰਹਿਣ ਵਾਲੇ ਲੋਕ ਪੱਛਮ ਦਿਸ਼ਾ ਵੱਲ ਮੁਖ ਕਰਕੇ ਜਿਹੜੇ ਦੂਸਰੀਆਂ ਦਿਸ਼ਾਵਾਂ ਦੇ ਲੋਕ ਨੇ ਉਸੇ ਤਰ੍ਹਾਂ ਆਪਣੀ ਦਿਸ਼ਾ ਮੁਖ ਰੱਖਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੱਕੇ ਪਹੁੰਚੇ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੇ ਆਪ ਜੀ ਦੀ ਇਜਾਜ਼ਤ ਹੋਵੇ ਤੇ ਅੰਦਰ ਜਾ ਕੇ ਦਰਸ਼ਨ ਕਰਾਵਾਂ। ਕੀ ਹੈ ਅੰਦਰ? ਮਹਾਰਾਜ ਜੀ ਨੇ ਆਖਿਆ ਜਾਓ ਭਾਈ ਮਰਦਾਨਾ ਜੀ ਅਸੀਂ ਬਾਹਰ ਇੱਥੇ ਹੀ ਬੈਠੇ।
ਜਦੋਂ ਭਾਈ ਸਾਹਿਬ ਜਾਣ ਲੱਗੇ ਤੇ ਅੱਗੇ ਮੁਜਾਵਰ ਜਿਹੜੇ ਸਨ ਉਹਨਾਂ ਨੇ ਰੋਕ ਦਿੱਤਾ, ਆਖਿਆ ਅੱਖਾਂ ਤੇ ਪੱਟੀ ਬੰਨ੍ਹ ਕੇ ਜਾਣਾ ਪਵੇਗਾ। ਭਾਈ ਸਾਹਿਬ ਕਹਿੰਦੇ ਜੇ ਅੱਖਾਂ ਤੇ ਪੱਟੀ ਬੰਨ੍ਹ ਕੇ ਹੀ ਜਾਣਾ ਅੰਦਰ ਤੇ ਫਿਰ ਦਰਸ਼ਨ ਕਾਹਦੇ ਕਰਨੇ ਆ। ਉਸ ਵੇਲੇ ਰਵਾਇਤ ਸੀ, ਹੁਣ ਤਾਂ ਨਹੀਂ ਹੈ, ਹੁਣ ਤਾਂ ਪੱਟੀ ਤੋਂ ਬਿਨਾਂ ਅੰਦਰ ਜਾਂਦੇ ਆ, ਉਸ ਵਕਤ ਇਹ ਰਵਾਇਤ ਸੀ। ਭਾਈ ਸਾਹਿਬ ਵਾਪਸ ਆ ਗਏ, ਸਤਿਗੁਰਾਂ ਨੂੰ ਆਖਿਆ ਮਹਾਰਾਜ ਉੱਥੇ ਕੀ ਫਾਇਦਾ ਜਾਣ ਦਾ। ਸਤਿਗੁਰਾਂ ਆਖਿਆ ਜਾਓ, ਤੈਨੂੰ ਕੋਈ ਵੇਖ ਨਹੀਂ ਸਕੇਗਾ, ਤੂੰ ਸਾਰਿਆਂ ਨੂੰ ਵੇਖੇਂਗਾ। ਭਾਈ ਸਾਹਿਬ ਜਦੋਂ ਅੰਦਰ ਗਏ ਤੇ ਕਾਬੇ ਦੇ ਵਿੱਚ ਪਹੁੰਚ ਕੇ ਵੇਖਿਆ ਕਿ ਇੱਕ ਪੱਥਰ ਪਿਆ ਹੈ, ਅੰਡਾ ਆਕਾਰ ਦਾ ਪੱਥਰ ਹੈ। ਉਹਨੂੰ ਨਮਸਕਾਰਾਂ ਕਰਦੇ ਨੇ, ਜੱਫੀ ਪਾਉਂਦੇ ਆ, ਉਹਨੂੰ ਸੰਗੇ ਅਸ਼ਬਦ ਵੀ ਕਹਿੰਦੇ ਹਨ। ਕਹਿੰਦੇ ਪਹਿਲਾਂ ਉਹਦਾ ਰੰਗ ਚਿੱਟਾ ਸੀ, ਜਦੋਂ ਲੋਕ ਜਿਵੇਂ ਜਿਵੇਂ ਉਹਨੂੰ ਜੱਫੀ ਪਾਉਂਦੇ ਚੁੰਮਦੇ, ਲੋਕਾਂ ਦੇ ਪਾਪ ਚੁੱਕ ਚੁੱਕ ਕੇ ਉਹ ਕਾਲਾ ਹੋ ਗਿਆ। ਤਾਂ ਉੱਥੋਂ ਵਾਪਸ ਭਾਈ ਮਰਦਾਨਾ ਜੀ ਆ ਗਏ, ਆਖਿਆ ਮਹਾਰਾਜ ਜੀ ਵੀ ਇਹ ਤਾਂ ਪੱਥਰ ਪੂਜਾ ਤੋਂ ਲੋਕਾਂ ਨੂੰ ਕਹਿੰਦੇ ਕਾਫਰ ਨੇ ਹਿੰਦੂ, ਇਹ ਪੱਥਰ ਪੂਜਦੇ ਆ, ਆਪ ਵੀ ਤਾਂ ਮਹਾਰਾਜ ਜੀ ਉਹੀ ਕੰਮ ਪੇ ਕਰੀ ਜਾਂਦੇ ਆ, ਅੰਦਰ ਪੱਥਰ ਹੀ ਤਾਂ ਹੈ, ਉਹਨੂੰ ਵੀ ਤਾਂ ਜਾ ਕੇ ਨਮਸਕਾਰ ਕਰਦੇ ਆ, ਜੱਫੀ ਪਾਉਂਦੇ ਆ, ਮੱਥਾ ਟੇਕਦੇ ਆ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੇ ਦੱਸਿਆ ਜਿਵੇਂ ਇਹਦੇ ਬਾਰੇ, ਕਿਉਂਕਿ 12 ਜੋਤੀ ਲਿੰਗ ਹਨ, ਸ਼ਿਵਲਿੰਗ। ਕਹਿੰਦੇ ਉਹਨਾਂ ਵਿੱਚੋਂ ਇੱਕ ਸ਼ਿਵਲਿੰਗ ਜਿਵੇਂ ਪੁਰਾਣਕ ਮਤ ਦੇ ਅਨੁਸਾਰ ਦੱਸਦੇ ਆ ਵੀ ਇਹ ਮੱਕੇ ਦੇ ਵਿੱਚ ਪਿਆ ਹੋਇਆ, ਉਹ ਪ੍ਰਗਟ ਨਾ ਹੋਵੇ, ਇਸ ਕਰਕੇ ਇਹਨਾਂ ਨੇ ਅੰਦਰ ਉਸ ਨੂੰ ਇਸ ਪ੍ਰਕਾਰ ਨਾਲ ਗੁਪਤ ਰੱਖਿਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਤੇ ਲੇਟ ਗਏ। ਰਾਤ ਦਾ ਸਮਾਂ ਸੀ, ਸੁਬਾਹ ਅੰਮ੍ਰਿਤ ਵੇਲੇ ਇੱਕ ਹਾਜੀ ਜਿਹਦਾ ਨਾਮ ਜੀਵਨ ਹੈ, ਇਹ ਪੰਜਾਬ ਤੋਂ ਗਿਆ ਹੋਇਆ ਸੀ। ਉੱਥੇ ਝਾੜੂ ਫੇਰਦਾ ਫੇਰਦਾ ਜਦੋਂ ਸਤਿਗੁਰਾਂ ਕੋਲ ਆਇਆ, ਕੀ ਵੇਖਦਾ ਮਹਾਰਾਜ ਜੀ ਦੇ ਚਰਨ ਨੇ ਕਾਬੇ ਵੱਲ। ਉਹ ਸਤਿਗੁਰਾਂ ਦੇ ਚਰਨਾਂ ਨੂੰ ਵੇਖ ਕੇ ਨੇ ਠੁੱਡਾ ਮਾਰਿਆ, ਕਹਿੰਦਾ ਉਹ ਕਾਫਰ ਆ, ਇਹ ਕਿੱਧਰ ਪੈਰ ਕਰਕੇ ਪਿਆ ਹੋਇਆ ਵੱਲ ਮਹਿਰਾਬ ਦੇ। ਮਹਾਰਾਜ ਜੀ ਆਖਿਆ ਹਾਜੀ ਜੀ ਲੰਮਾ ਪੈਂਡਾ ਤੈਅ ਕਰਕੇ ਆਏ ਆ, ਥੱਕ ਗਏ, ਨਹੀਂ ਪਤਾ ਲੱਗਾ ਕਿੱਥੇ ਪਏ ਆ, ਤੇ ਇਸ ਕਰਕੇ ਇਸ ਪਾਸੇ ਚਰਨ ਹੋ ਗਏ। ਕਹਿੰਦਾ ਇੱਧਰ ਖੁਦਾ ਦਾ ਘਰ ਹੈ। ਸਾਹਿਬ ਕਹਿੰਦੇ ਜਿੱਧਰ ਨਹੀਂ ਉਸ ਪਾਸੇ ਕਰਦੇ। ਇਹਨੇ ਮਹਾਰਾਜ ਜੀ ਦੇ ਚਰਨਾਂ ਤੋਂ ਪਕੜ ਕੇ ਘਸੀਟਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਜਿੱਧਰ ਜਿੱਧਰ ਸਤਿਗੁਰਾਂ ਦੇ ਚਰਨ ਕਰਦਾ ਘਸੀਟ ਕੇ, ਕਾਬਾ ਵੀ ਉਸੇ ਪਾਸੇ ਘੁੰਮ ਘੁੰਮ ਕੇ ਜਾਈ ਜਾਂਦਾ। ਮਾਨੋ ਜਿਵੇਂ ਉਹ ਦੱਸਦਾ ਹੋਵੇ ਕਿ ਮੈਂ ਤਾਂ ਇਹਨਾਂ ਦੇ ਚਰਨਾਂ ਵਿੱਚ ਹੀ ਹਾਂ, ਇਹ ਖੁਦਾ ਹਨ, ਅਕਾਲ ਪੁਰਖ। ਜੀਵਨ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਇਹ ਹੁਣ ਗੁਫ਼ਤਗੂ ਕਰਨ ਲੱਗਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਾਬਾ ਫੇਰਿਆ ਹੈ, ਕਲਾ ਵਿਖਾਈ ਹੈ। ਉਸ ਵੇਲੇ ਦੇ ਕੁਝ ਮੁਸਲਮਾਨਾਂ ਨੇ ਆਪਣੇ ਅੱਖੀਂ ਦੇਖੇ ਹਾਲ ਲਿਖੇ ਨੇ, ਜਿਨ੍ਹਾਂ ਚੋਂ ਇੱਕ ਫਿਰੋਜ਼ਪੁਰੀ ਨਾਮ ਦੇ ਮੁਸਲਮਾਨ ਵੀਰ ਹੋਏ। ਉਹਨਾਂ ਨੇ ਵੀ ਵਿਥਿਆ ਲਿਖੀ ਹੈ ਕਿ ਕਾਬਾ ਮੱਕਾ ਜਿਹੜਾ ਸੀ, ਕਾਬਾ ਜਿਹੜਾ ਸੀ ਉਹ ਘੁੰਮਿਆ ਹੈ। ਪਰ ਅੱਜ ਕੱਲ੍ਹ ਸਾਡੇ ਕਈ ਵੀਰ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਭਾਰੀ ਮਹਿਮਾ ਤੋਂ ਅਣਜਾਣ ਹਨ, ਉਹ ਕਹਿੰਦੇ ਜੀ ਨਹੀਂ, ਮੱਕਾ ਨਹੀਂ ਫੇਰਿਆ ਮਹਾਰਾਜ ਜੀ ਨੇ, ਉਹਨਾਂ ਦੇ ਦਿਲ ਫੇਰੇ ਸਨ। ਖਾਲਸਾ ਜੀ, ਪਹਿਲੀ ਗੱਲ ਕਿ ਉੱਥੇ ਵੀਜ਼ਾ ਲੈ ਕੇ ਜਾਣਾ ਹੀ ਮੁਸ਼ਕਿਲ ਹੈ, ਨਹੀਂ ਜਾ ਸਕਦੇ। ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਨੇ, ਵੀ ਤਾਂ ਉਹਨਾਂ ਦੀ ਕਲਾ ਹੈ, ਇਹ ਵੀ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਹੀ ਹੈ ਨਾ। ਇਹ ਜਾ ਕੇ ਵਿਖਾ ਦੇਣ, ਜਾ ਕੇ ਫਿਰ ਉੱਥੇ ਉਹਨਾਂ ਨੂੰ ਕਹਿਣ ਜੀ ਨਹੀਂ, ਇਹ ਤੁਸੀਂ ਗਲਤ ਕਰ ਰਹੇ ਹੋ, ਇੱਥੇ ਰੱਬ ਥੋੜ੍ਹੀ ਹੈ। ਜੇ ਜਿਉਂਦੇ ਵੀ ਵਾਪਸ ਆ ਜਾਣ ਤਾਂ ਉੱਥੇ ਕਲਾ ਵਿਖਾਣੀ ਪੈਣੀ ਸੀ, ਤਦੇ ਹੀ ਉਹਨਾਂ ਨੇ ਚਰਨਾਂ ਤੇ ਝੁਕਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਹ ਸੁਤੇ ਕਲਾ ਵਰਤੀ ਹੈ, ਜਾਣ ਬੁੱਝ ਕੇ ਕੋਈ ਨਾਟਕ ਚੇਟਕ ਨਹੀਂ ਕੀਤਾ। ਕੁਦਰਤ ਨੇ ਆਪਣੀ ਕਲਾ ਆਪ ਵਿਖਾਈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਤੋ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਬੈਠਾ ਵਾਰਤਾ ਕਰ ਰਿਹਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਮੁਸਲਮਾਨ ਵੀਰ ਜਿਹੜੇ 5 ਨਮਾਜ਼ਾਂ ਪੜ੍ਹਦੇ ਹਨ,
ਮਹਾਰਾਜ ਜੀ ਉਹਨਾਂ ਪੰਜਾਂ ਨਮਾਜ਼ਾਂ ਦੀ ਗੱਲ ਕਰਦੇ ਨੇ ਵੀ ਅਸਲ ਵਿੱਚ ਪੰਜਾਂ ਦੀ ਗੱਲ ਜਿਹੜੀ ਉਹਦੇ ਭਾਵ ਨੇ ਜਿਹੜੇ ਉਹ ਤੁਸੀਂ ਕਿਵੇਂ ਸਮਝਦੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੱਚ ਬਤਾਓ ਤੂੰ ਕੌਣ ਹੈ, ਹਿੰਦਨ ਜੈਸੀ ਰੀਤ। ਉਹ ਜੀਵਨ ਨੇ ਜਦੋਂ ਮਹਾਰਾਜ ਜੀ ਦੀ ਕਲਾ ਵੇਖੀ ਨਾ ਕਿ ਜਿਵੇਂ ਕਾਬਾ ਫਿਰਿਆ ਸਤਿਗੁਰਾਂ ਦੇ ਚਰਨਾਂ ਨਾਲ, ਉਹ ਹੈਰਾਨ ਵੀ ਹੋਇਆ ਤੇ ਫਿਰ ਸਤਿਗੁਰਾਂ ਨੂੰ ਪੁੱਛਦਾ, ਮਹਾਰਾਜ ਸੱਚੋ ਸੱਚ ਦੱਸੋ ਤੂੰ ਕੌਣ ਹੈ। ਗੁਰਦੇਵ ਨੂੰ ਪੁੱਛਦਾ, ਸੱਚ ਦੱਸ ਤੂੰ ਕੌਣ ਹੈ, ਕਿਉਂਕਿ ਤੇਰੀਆਂ ਰੀਤੀਆਂ ਤੇਰੀਆਂ ਚਾਲਾਂ ਜੋ ਤੂੰ ਕਰ ਰਿਹਾ ਮੈਨੂੰ ਇਹ ਤੇਰੇ ਕਰਨ ਤੋਂ ਇਉਂ ਪ੍ਰਤੀਤ ਹੁੰਦਾ ਵੀ ਤੂੰ ਹਿੰਦੂ ਹੋਵੇਂਗਾ। ਏਦਾਂ ਸਤਿਗੁਰੂ ਜੀ ਨੂੰ ਜੀਵਨ ਬੋਲਿਆ, ਮੁਸਲਮਾਨ ਕਿਉਂ ਕਰ ਸਕੇ ਕਿ ਐਸੀ ਵਿਪਰੀਤ। ਆ ਜਿਹੜਾ ਵਿਪਰੀਤ ਕਰਮ ਤੁਸੀਂ ਕੀਤਾ ਹੈ, ਕੋਈ ਮੁਸਲਮਾਨ ਏਦਾਂ ਕਿਵੇਂ ਕਰ ਸਕਦਾ ਸੀ। ਤੇ ਮੁਸਲਮਾਨ ਨਹੀਂ ਹੋ ਸਕਦੇ, ਤੁਹਾਡੀ ਇਹ ਰੀਤ ਹਿੰਦੂਆਂ ਵਾਲੀ ਪ੍ਰਤੀਤ ਹੁੰਦੀ ਹੈ। ਸੁਬਹ ਵਕਤ ਕੀਏ ਸੈਨ ਕੋ ਜਾਨਤ ਨਹੀਂ ਨਿਵਾਜ। ਸੁਬਹ ਦਾ ਵੇਲਾ ਤੇ ਤੁਸੀਂ ਲੇਟੇ ਹੋਏ, ਤੁਹਾਨੂੰ ਪਤਾ ਨਹੀਂ ਵੀ ਇਸ ਵੇਲੇ ਨਮਾਜ਼ ਦਾ ਸਮਾਂ ਹੁੰਦਾ। ਸੁਬਹ ਦਾ ਇਹ ਵੇਲਾ ਹੈ, ਸੁਬਹ ਦੇ ਵੇਲੇ ਨਮਾਜ਼ ਪੜ੍ਹੀ ਦੀ ਹੈ ਤੇ ਤੁਸੀਂ ਇੱਥੇ ਲੇਟੇ ਹੋਏ ਹੋ। ਕਹਿੰਤੇ ਆਏ ਗਵਾਰ ਤੂੰ ਮੈਂ ਈਮਾਨ ਕੀ ਲਾਜ। ਉਹ ਜੀਵਨ ਸਤਿਗੁਰੂ ਜੀ ਨੂੰ ਗਵਾਰ ਤੱਕ ਬੋਲਿਆ, ਕਹਿੰਦਾ ਤੁਸੀਂ ਗਵਾਰ ਜਾਪਦੇ ਹੋ, ਮੈਨੂੰ ਤੂੰ ਜਾਣਦਾ ਨਹੀਂ ਈਮਾਨ ਦੀ ਗੱਲ, ਤੈਨੂੰ ਈਮਾਨ ਦੀ ਲਾਜ ਦਾ ਨਹੀਂ ਪਤਾ। ਉੱਠ ਬੈਠੇ ਸ਼੍ਰੀ ਗੁਰ ਤਬੇ ਸੁਮਤੀ ਦੇਨ ਵਿਸਾਲ। ਕਿੱਥੋਂ ਆਇਆ ਹੈ ਤੂੰ, ਏਦਾਂ ਸਤਿਗੁਰਾਂ ਨੂੰ ਪੁੱਛਿਆ ਉਹਨੇ। ਮਹਾਰਾਜ ਜੀ ਨੇ ਵੇਖਿਆ ਕਿ ਜੀਵਨ ਹੁਣ ਆਪਣੀ ਹੋਛੀ ਹਰਕਤ ਤੇ ਆਇਆ, ਇਹਨੂੰ ਸੁਮਤ ਦੇਣੀ ਚਾਹੀਏ। ਇਹਨੂੰ ਸੁਮਤ ਦੇਣ ਵਾਸਤੇ ਗਰੀਬ ਨਵਾਜ ਸਾਹਿਬ ਜੀ ਉੱਠ ਕੇ ਬੈਠ ਗਏ। ਹਾਂਜੀ, ਨੀਕੀ ਕਰਨ ਨਿਵਾਜ ਕੋ ਕਹੇ ਸ਼ਲੋਕ ਤੈ ਕਾਲ। ਜਿਹੜੇ ਨਮਾਜ਼ ਦੀਆਂ ਪੰਜ ਨਮਾਜ਼ਾਂ ਹਨ ਮਹਾਰਾਜ ਜੀ, ਉਹ ਪੰਜ ਨਮਾਜ਼ਾਂ ਦੇ ਜਿਹੜੇ ਭਾਵ ਨੇ ਉਹ ਸਮਝਾਉਣ ਵਾਸਤੇ ਗਰੀਬ ਨਵਾਜ ਸਾਹਿਬ ਜੀ ਬੋਲੇ। ਪਾਵਨ ਸ਼ਲੋਕ ਆਪਣੇ ਮੁਖਾਰਬਿੰਦ ਚੋਂ ਉਚਾਰਨ ਕੀਤਾ, ਸੁਣੋ ਜੀ। ਪੰਜ ਨਿਵਾਜਾ ਵਖਤ ਪੰਜ, ਪੰਜ ਪੰਜਾ ਨਾਉ। ਗਰੀਬ ਨਵਾਜ ਸਾਹਿਬ ਜੀ ਨੇ ਸ਼ਲੋਕ ਉਚਾਰਿਆ, ਪੰਜ ਨਿਵਾਜਾ ਵਖਤ ਪੰਜ, ਪੰਜੇ ਪੰਜਾ ਨਾਉ। ਮਹਾਰਾਜ ਜੀ ਕਹਿੰਦੇ ਪੰਜ ਨਮਾਜ਼ਾਂ ਹਨ, ਪੰਜ ਵੇਲੇ ਪੜ੍ਹੀਆਂ ਜਾਂਦੀਆਂ ਨੇ, ਪੰਜਾਂ ਦੇ ਪੰਜ ਨਾਮ ਹਨ। ਹਾਂਜੀ, ਸੁਣਦੇ ਹਨ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਪਹਿਲੀ ਨਮਾਜ਼ ਦਾ ਨਾਮ ਹੈ ਸੱਚ ਦੀ। ਪਹਿਲੀ ਜਿਹੜੀ ਸੁਬਹ ਅੰਮ੍ਰਿਤ ਵੇਲੇ ਦੀ ਜਿਹਨੂੰ ਫਜਰ ਦੀ ਨਮਾਜ਼ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਉਹਦਾ ਮਤਲਬ ਹੈ ਜੀਵਨ ਕੇ ਸੱਚ ਤੇ ਰਹਿਣਾ, ਸੱਚ ਨੂੰ ਗ੍ਰਹਿਣ ਕਰਨਾ। ਦੱਸ ਤੇਰੇ ਅੰਦਰ ਸੱਚ ਹੈ ਕਿ ਤੂੰ ਸੱਚ ਨੂੰ ਗ੍ਰਹਿਣ ਕੀਤਾ। ਗਰੀਬ ਨਵਾਜ ਪਾਤਸ਼ਾਹ ਪੁੱਛੇ ਕਿ ਪਹਿਲੀ ਨਮਾਜ਼ ਸੱਚ ਦੀ ਹੈ, ਦੂਸਰੀ ਹੈ ਹਲਾਲ ਦੀ। ਹਲਾਲ ਦੋਏ, ਹਲਾਲ ਦੀ ਯਾਨੀ ਕਿ ਆਪਣਾ ਹੱਕ ਖਾਣਾ, ਉਹਨੂੰ ਹਲਾਲ ਕਹਿੰਦੇ, ਆਪਣੇ ਹੱਕ ਦਾ ਖਾਣਾ। ਦੂਸਰੇ ਦੇ ਹੱਕ ਦਾ ਖਾਣ ਦਾ ਮਤਲਬ ਹੈ ਹਰਾਮ ਦਾ ਖਾਣਾ। ਦੱਸ ਜੀਵਨ ਕਿ ਦੂਸਰੀ ਨਮਾਜ਼ ਕਦੇ ਹਲਾਲ ਦੀ ਪੜ੍ਹੀ ਹੈ, ਕਦੇ ਹਲਾਲ ਨੂੰ ਗ੍ਰਹਿਣ ਕੀਤਾ। ਤੀਜਾ ਖੈਰ ਖੁਦਾਏ, ਤੇ ਤੀਜੀ ਆ ਉਸ ਖੁਦਾ ਕੋਲੋਂ ਖੈਰ ਮੰਗਣੀ। ਹੇ ਪ੍ਰਭੂ ਮੈਨੂੰ ਆਪਣੀ ਬੰਦਗੀ ਦੀ ਖੈਰ ਦੇ। ਇਹ ਤੀਜੀ ਨਮਾਜ਼ ਹੈ ਜਿਹੜੀ ਤੀਜੀ ਵੇਲੇ ਪੜ੍ਹੀ ਜਾਂਦੀ ਹੈ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਚੌਥੀ ਨਮਾਜ਼ ਹੈ ਆਪਣੀ ਨੀਅਤ ਰਾਸ ਰੱਖਣੀ।
ਨਿਜਤ ਦੀਆਂ ਮੁਰਾਦਾਂ ਹੁੰਦੀਆਂ। ਕਹਾਵਤ ਹੈ ਨਾ ਕਿ ਜਿਹੋ ਜੀ ਨੀਅਤ ਹੁੰਦੀ ਹੈ ਉਦਾਂ ਦੀ ਮੁਰਾਦ ਹੁੰਦੀ। ਉਹ ਕਹਿੰਦੇ ਜਿਹੋ ਜੀ ਹੋਵੇ ਭਾਵਨਾ ਤਿਹੋ ਜਿਹਾ ਚੂੜਾ ਪੜੀਦਾ। ਯਾਨੀ ਕਿ ਜਿਹੋ ਜੀ ਨੀਅਤ ਹੋਵੇ ਮੁਰਾਦ ਉਸੇ ਤਰ੍ਹਾਂ ਦੀ ਮਿਲਦੀ ਹੈ। ਮਹਾਰਾਜ ਜੀ ਕਹਿੰਦੇ ਚੌਥੀ ਨਮਾਜ਼ ਹੈ ਨੀਅਤ ਰਾਸ ਰੱਖਣੀ। ਨੀਅਤ 'ਚ ਖੋਟ ਨਹੀਂ ਰੱਖਣੀ, ਨੀਅਤ ਸਿੱਧੀ ਰੱਖਣੀ, ਖੋਟੀ ਨੀਅਤ ਦਾ ਤਿਆਗ ਕਰਨਾ, ਮਨ ਨੂੰ ਸ਼ੁੱਧ ਕਰਕੇ ਰੱਖਣਾ। ਪੰਜਵੀਂ ਸਿਫਤ ਸੁਣਾਏ ਤੇ ਪੰਜਵੀਂ ਨਮਾਜ਼ ਆ ਉਸ ਪਰਮੇਸ਼ਰ ਦੀ ਸਿਫਤ ਕਰਨੀ, ਅਕਾਲ ਪੁਰਖ ਦੀਆਂ ਖੁਦਾ ਦੀਆਂ ਵਡਿਆਈਆਂ ਕਰਨੀਆਂ, ਅੱਲਾ ਦੀਆਂ ਵਡਿਆਈਆਂ ਕਰਨੀਆਂ। ਇਹ ਪੰਜਵੀਂ ਨਮਾਜ਼ ਹੈ। ਇਹ ਪੰਜ ਨਮਾਜ਼ਾਂ ਹਨ। ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ। ਸ਼ੁਭ ਕਰਮ ਕਰਨੇ, ਚੰਗੀ ਕਰਨੀ ਕਰਨੀ, ਇਹ ਨੇ ਕਲਮਾ ਪੜ੍ਹਨੀਆਂ। ਜਿਹੜਾ ਚੰਗੇ ਕਰਮ ਕਰਦਾ, ਚੰਗੀ ਕਰਨੀ ਕਰਦਾ, ਇਹ ਕਲਮਾ ਮਹਾਰਾਜ ਜੀ ਕਹਿੰਦੇ ਜਿਹੜਾ ਆਖਦਾ, ਯਾਨੀ ਕਿ ਇਹ ਕਲਮਾ ਪੜ੍ਹਦਾ, ਯਾਨੀ ਕਿ ਸ਼ੁਭ ਕਰਨੀ, ਉਹੀ ਮੁਸਲਮਾਨ ਸਦਾ ਸਕਦਾ। ਜਿਹੜੀਆਂ ਉੱਪਰ ਦਸੀਆਂ ਪੰਜ ਨਮਾਜ਼ਾਂ ਔਰ ਸ਼ੁਭ ਕਰਨੀ ਰੂਪੀ ਕਲਮਾਂ ਨੂੰ ਪੜ੍ਹਦਾ, ਉਹੀ ਅਸਲ ਵਿੱਚ ਮੁਸਲਮਾਨ ਹੋ ਸਕਦਾ ਹੈ। ਇਹ ਮੁਸਲਮਾਨ ਹੋਣ ਦੀ ਪਰਿਭਾਸ਼ਾ ਹੈ। ਮੱਕੇ ਵਿੱਚ ਜਾ ਕੇ ਸਤਿਗੁਰੂ ਜੀ ਦੱਸ ਰਹੇ ਨੇ ਇੱਕ ਮੁਸਲਮਾਨ ਦੀ ਪਰਿਭਾਸ਼ਾ ਕੀ, ਜੋ ਤੁਸੀਂ ਮੰਨੀ ਬੈਠੇ ਹੋ ਕਿ ਅਸੀਂ ਆਹ ਕੰਮ ਕਰਦੇ ਇਸ ਕਰਕੇ ਮੁਸਲਮਾਨ ਆ। ਮਹਾਰਾਜ ਜੀ ਕਹਿੰਦੇ ਮੁਸਲਮਾਨ ਤਾਂ ਕਹਾਉਣਾ ਹੀ ਬੜਾ ਮੁਸ਼ਕਲ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਉਹ ਤਾਂ ਬੜੀ ਔਖੀ ਖੇਡ ਹੈ। ਜਿਹੜੇ ਅਸਲ ਵਿੱਚ ਪੈਗੰਬਰਾਂ ਨੇ, ਤੁਹਾਡੇ ਰਹਿਬਰਾਂ ਨੇ ਤੁਹਾਨੂੰ ਰਾਹ ਦੱਸੇ ਨੇ, ਉਸ ਰਸਤੇ ਤੇ ਜਿਹੜਾ ਚੱਲੇ ਉਹੀ ਮੁਸਲਮਾਨ ਹੈ ਨਾ। ਜਿਹੜਾ ਤੁਸੀਂ ਇਹ ਵਿਖਾਵਾ ਕਰਦੇ ਹੋ, ਪਖੰਡ ਕਰਦੇ ਹੋ, ਇਹਦੇ ਨਾਲ ਤਾਂ ਨਹੀਂ ਮੁਸਲਮਾਨ ਹੋਇਆ ਜਾ ਸਕਦਾ। ਪਾਤਸ਼ਾਹ ਉੱਥੇ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਡੇ ਸਿੱਖ ਬਣ ਜਾਓ। ਮਹਾਰਾਜ ਕਹਿੰਦੇ ਜਿਹੜਾ ਤੁਹਾਡੇ ਪੈਗੰਬਰਾਂ ਨੇ ਤੁਹਾਨੂੰ ਬਣਾਇਆ, ਘੱਟੋ ਘੱਟ ਉਹ ਤਾਂ ਬਣੋ। ਪੰਜ ਨਮਾਜ਼ਾਂ ਪੜ੍ਹਦੇ, ਉਹਨਾਂ ਦੇ ਮਤਲਬ ਤਾਂ ਸਮਝੋ। ਇਹਨਾਂ ਪੰਜ ਨਮਾਜ਼ਾਂ ਦੇ ਮਤਲਬ ਕੀ ਨੇ? ਪਹਿਲੀ ਨਮਾਜ਼ ਤੁਹਾਨੂੰ ਸੱਚ ਤੇ ਚੱਲਣ ਦਾ ਹੁਕਮ ਕਰਦੀ ਹੈ। ਦੂਸਰੀ ਨਮਾਜ਼ ਤੁਹਾਨੂੰ ਹਲਾਲ ਦੇ ਉੱਤੇ ਰਹਿਣ ਦਾ, ਯਾਨੀ ਕਿ ਆਪਣੇ ਹੱਕ ਦੇ ਖਾਣ ਉੱਤੇ ਪ੍ਰੇਰਨਾ ਕਰਦੀ ਹੈ। ਤੀਜੀ ਨਮਾਜ਼ ਤੁਹਾਨੂੰ ਖੁਦਾ ਕੋਲੋਂ ਮੰਗਣ ਨੂੰ ਕਹਿੰਦੀ ਹੈ ਕਿ ਖੁਦਾ ਕੋਲੋਂ ਖੈਰ ਮੰਗਣੀ ਹੈ। ਚੌਥੀ ਰਾਸ ਨੀਅਤ ਕਰਨੀ ਹੈ। ਤੇ ਪੰਜਵੀਂ ਤੁਹਾਡੀ ਨਮਾਜ਼ ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ ਨੇ ਤੇ ਕਲਮਾ ਪੜ੍ਹਦੀਆਂ ਨੇ ਸ਼ੁਭ ਕਰਨੀ ਦੀਆਂ। ਜੇ ਤੁਸੀਂ ਸਭ ਕੁਝ ਕਰਦੇ ਹੋ ਤਾਂ ਤੁਸੀਂ ਮੁਸਲਮਾਨ ਸਦਾ ਸਕਦੇ ਹੋ, ਕਹਾ ਸਕਦੇ ਹੋ। ਨਾਨਕ ਜੀਤੇ ਕੂੜਿਆਰ ਕੂੜੈ ਕੂੜੀ ਪਾਏ। ਜੇ ਇਹਨਾਂ ਗੱਲਾਂ ਤੋਂ ਥੋਥੇ ਹੋ ਜੋ ਉੱਪਰ ਦਸੀਆਂ ਨੇ ਤਾਂ ਫਿਰ ਤੁਸੀਂ ਝੂਠੇ ਹੋ। ਮਹਾਰਾਜ ਜੀ ਕਹਿੰਦੇ ਫਿਰ ਕੂੜਿਆਰ ਹੋ, ਤੇ ਫਿਰ ਤੁਸੀਂ ਝੂਠ ਹੀ ਇਹ ਸਭ ਕੁਝ ਆਪਣੇ ਅੰਦਰ ਗ੍ਰਹਿਣ ਕੀਤਾ ਹੋਇਆ। ਝੂਠ ਦੀ ਪਾਣ, ਝੂਠ ਦੀ ਪੁਸ਼ਾਕ ਜਿਹੜੀ ਆ ਬਾਹਰ ਕਰੁਣਾ ਨਿਦਾਨ ਕੇ ਸਮੀਪ ਚੱਲ ਆਵਈ। ਇਹ ਸਾਰੇ ਮੁੱਲਾ ਕਾਜੀ ਇਕੱਠੇ ਹੋ ਕੇ ਕਰੁਣਾ ਨਿਧਾਨ ਜਗਤ ਗੁਰੂ, ਦੀਨ ਦੁਨੀਆ ਦੇ ਮਾਲਕ, ਜੋ ਆਪਣੀ ਮਸਤੀ ਵਿੱਚ, ਆਪਣੇ ਰੰਗ ਵਿੱਚ, ਬੇਪਰਵਾਹੀ ਦੇ ਆਲਮ 'ਚ ਬੈਠੇ ਨੇ, ਉੱਥੇ ਆਏ ਹਨ। ਪੀਰ ਜੇ ਮੋਲਾ ਨੇ ਕਾਜੀ ਪੱਖ ਮੈਂ ਮਹਾਨੇ ਉਤੇ। ਬੜੇ ਬੜੇ ਪੀਰ ਮੁਲਾਣੇ ਜਿਹੜੇ ਕਾਜੀ
ਆਪਣੇ ਧਰਮ ਦੇ ਪੱਖ ਦੇ ਵਿੱਚ ਗੱਲ ਕਰਨ ਵਾਲੇ ਸਨ। ਦੇਖ ਦੇਖ ਕਾਬੇ ਔਰ ਰਿਦੇ ਬਿਸਮਾਵਈ। ਜਦੋਂ ਕਾਬਾ ਵੇਖਦੇ ਆ, ਵੇਖ ਵੇਖ ਕੇ ਹੈਰਾਨ ਹੁੰਦੇ, ਕਾਬਾ ਕਿਵੇਂ ਘੁੰਮ ਗਿਆ, ਇਹ ਕਿਵੇਂ ਆਪਣੀ ਜਗ੍ਹਾ ਤੋਂ ਫਿਰ ਗਿਆ, ਬੜੀ ਹੈਰਾਨੀ ਨਾਲ ਵੇਖਦੇ ਹਨ। ਬੈਠੇ ਹਨ ਚਾਰੋਂ ਦਿਸ਼ ਬੁਜਰਕ ਬੋਲੇ ਤਬ। ਉਹ ਜਿੰਨੇ ਚੰਗੇ ਚੰਗੇ ਸਿਆਣੇ ਮੌਲਵੀ ਸੀ ਨਾ, ਉਹਨਾਂ 'ਚ ਗੱਲਬਾਤ ਕਰਨ ਵਾਲੇ, ਉਹ ਆ ਕੇ ਸਤਿਗੁਰਾਂ ਕੋਲ ਬੈਠ ਗਏ ਤੇ ਬੋਲੇ, ਹਿੰਦੂ ਕੇ ਤੁਰਕ ਤੁਮ ਰਹੋ ਕੈ ਥਾਵਈ। ਆਉਂਦਿਆਂ ਹੀ ਸਵਾਲ ਪੁੱਛਿਆ, ਕਹਿਣ ਲੱਗੇ, ਹਿੰਦੂ ਹੋ ਕਿ ਮੁਸਲਮਾਨ ਹੋ ਤੁਸੀਂ, ਕਿਸ ਜਗ੍ਹਾ ਤੇ ਰਹਿੰਦੇ ਹੋ, ਕਿੱਥੋਂ ਆਏ ਹੋ? ਰੀਤ ਨਾ ਮੁਸਲਮਾਨ ਕਾਬੇ ਦੇਸ਼ ਪੈਰ ਕੀਨੇ। ਤੁਹਾਡੀ ਜਿਹੜੀ ਰੀਤ ਹੈ ਉਹ ਮੁਸਲਮਾਨਾਂ ਵਾਲੀ ਨਹੀਂ ਜਾਪਦੀ, ਇਸੇ ਕਰਕੇ ਤੁਸੀਂ ਕਾਬੇ ਵੱਲ ਪੈਰ ਕਰਕੇ ਚਰਨ ਕਰਕੇ ਪਏ ਹੋਏ ਸੀ। ਸੁਨਿਓ ਗੁਰ ਨਾਨਕ ਸ਼ਲੋਕ ਕੋ ਅਲਾਵਈ। ਜਦੋਂ ਇਹਨਾਂ ਦੇ ਸਵਾਲ ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਲੋਕ ਉਚਾਰਿਆ। ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਸ਼ਲੋਕ ਉਚਾਰਿਆ ਤੇ ਫਰਮਾਇਆ, ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ। ਮਹਾਰਾਜ ਜੀ ਕਹਿੰਦੇ, ਪਰਮੇਸ਼ਰ ਦੀ ਖੁਦਾ ਦੀ ਮਿਹਰ ਹੋਵੇ, ਇਹ ਸਮਝ ਲਓ ਮਸੀਤ ਹੈ। ਮਸੀਤ ਦਾ ਮਤਲਬ ਇਹ ਨਹੀਂ ਜਿਹੜੀਆਂ ਚਾਰ ਦੀਵਾਰਾਂ ਤੁਸੀਂ ਚਾਰੇ ਪਾਸੇ ਰਚ ਲਈਆਂ ਤੇ ਉਹਦੀ ਮਸੀਤ ਹੋ ਗਈ। ਪਰਮੇਸ਼ਰ ਦੀ ਮਿਹਰ ਹੀ ਅਸਲ ਵਿੱਚ ਮਸੀਤ ਆ, ਉਹਦੀ ਮਿਹਰ ਦੇ ਵਿੱਚ ਰਹਿਣਾ, ਉਹਦੀ ਕਿਰਪਾ ਦੇ ਵਿੱਚ ਰਹਿਣਾ, ਇਹ ਹੈ ਮਸੀਤ। ਸਿਦਕ ਮੁਸੱਲਾ, ਉਹਦੇ ਤੇ ਸਿਦਕ ਰੱਖਣਾ, ਉਹਦੇ ਤੇ ਭਰੋਸਾ ਰੱਖਣਾ। ਇਹ ਥੱਲੇ ਵਿਛਾਉਣ ਵਾਲਾ ਮੁਸੱਲਾ ਹੈ, ਯਾਨੀ ਕਿ ਜਿਹੜਾ ਥੱਲੇ ਕੱਪੜਾ ਜਿਹਾ ਵਿਛਾਉਂਦੇ ਉਹਨੂੰ ਮੁਸੱਲਾ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ, ਖੁਦਾ ਤੇ ਸਿਦਕ ਰੱਖਣਾ, ਖੁਦਾ ਤੇ ਭਰੋਸਾ ਰੱਖਣਾ, ਨਿਸ਼ਚਾ ਰੱਖਣਾ, ਇਹ ਮੁਸੱਲਾ ਹੈ। ਹੱਕ ਹਲਾਲ ਕੁਰਾਨ, ਸੱਚ ਦਾ ਹਲਾਲ ਦਾ ਖਾਣਾ, ਯਾਨੀ ਕਿ ਸੱਚ ਤੇ ਰਹਿਣਾ, ਔਰ ਆਪਣੇ ਹੱਕ ਦੇ ਵਿੱਚ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਦੀ ਗੱਲ ਜਦੋਂ ਸਤਿਗੁਰੂ ਕਰਦੇ ਆ ਤਾਂ ਹਿੰਦੂਆਂ ਨੂੰ ਵੀ ਸੰਬੋਧਨ ਹੁੰਦੇ ਆ, ਮੁਸਲਮਾਨਾਂ ਨੂੰ ਵੀ ਸੰਬੋਧਨ ਹੁੰਦੇ। ਪਰਾਇਆ ਹੱਕ ਨਹੀਂ ਖਾ, ਆਪਣੇ ਹੱਕ ਦਾ ਖਾਣਾ ਇਹੀ ਹੈ ਕੁਰਾਨ ਪੜ੍ਹਨੀ। ਹਾਂਜੀ, ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ। ਇਹ ਸੁਨਨਤ ਕਰਦੇ ਆ, ਸੁੰਨੀ ਵੀ ਹੁੰਦੇ ਆ ਤੇ ਸੀਆ ਵੀ ਹੁੰਦੇ ਆ। ਮੁਸਲਮਾਨਾਂ ਦੇ ਫਿਰਕੇ ਨੇ ਸੁੰਨੀ ਤੇ ਸੀਆ, 72 ਫਿਰਕੇ ਨੇ ਮੁਸਲਮਾਨ, ਉਹਨਾਂ ਚੋਂ ਮੁੱਖ ਰੂਪ ਵਿੱਚ ਸੀਆ ਤੇ ਸੁੰਨੀ ਹਨ। ਆਪਸ ਵਿੱਚ ਲੜਦੇ ਵੀ ਹਨ। ਇੱਥੇ ਸੁੰਨੀ ਜ਼ਿਆਦਾ ਸੀ। ਮਹਾਰਾਜ ਜੀ ਕਹਿੰਦੇ, ਸੁਨਨਤ ਇਹ ਹੈ ਕਿ ਤੁਸੀਂ ਸ਼ਰਮ ਕਰਨੀ ਆ ਮਾੜੇ ਭੈੜੇ ਕਰਮਾਂ। ਧਰਮ ਸੁਨਨਤ ਸੀਲ ਰੋਜਾ, ਸ਼ਰਮ ਕਰਨੀ ਮਾੜਿਆਂ ਕਰਮ ਭੈੜਿਆਂ ਕਰਮਾਂ ਤੋਂ, ਇਹ ਹੈ ਸੁਨਨਤ ਕਰਨੀ। ਇਹ ਸੁਨਨਤ ਵਾਲੇ ਪਾਸੇ ਤਾਂ ਧਿਆਨ ਨਹੀਂ। ਮਾੜੇ ਭੈੜੇ ਕੰਮ ਕਰਨੇ, ਉਦੋਂ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ, ਕੋਈ ਲਾਜ ਨਹੀਂ ਆਉਂਦੀ। ਉਦਾਂ ਕਹਿੰਦੇ ਹੋ ਅਸੀਂ ਸੁੰਨੀ ਹਾਂ। ਮਹਾਰਾਜ ਜੀ ਕਹਿੰਦੇ ਆ, ਸ਼ਰਮ ਦੀ ਸੁਨਨਤ ਕਰਨੀ ਆ, ਸੀਲ ਰੋਜਾ, ਰੋਜ਼ੇ ਰੱਖਦੇ ਨੇ ਫੇਰ ਰਹਿੰਦੇ ਆ। ਪਾਤਸ਼ਾਹ ਕਹਿੰਦੇ, ਸ਼ੀਲ ਸੁਭਾਅ ਰੱਖਣਾ, ਠੰਡਾ, ਨਰਮ, ਕਰੁਣਾ ਵਾਲਾ ਸੁਭਾਅ, ਇਹ ਹੈ ਰੋਜ਼ੇ ਰੱਖਣੇ। ਉਹ ਮੁਸਲਮਾਨ ਜੇ ਇਹ ਸਭ ਕੁਝ ਕਰਦੇ ਹੋ ਤਾਂ ਤੁਸੀਂ ਮੁਸਲਮਾਨ ਹੋ ਸਕਦੇ ਹੋ, ਤਾਂ ਤੁਸੀਂ ਮੁਸਲਮਾਨ ਕਹਾ ਸਕਦੇ ਹੋ। ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ। ਸ਼ੁਭ ਕਰਨੀ ਕਰਨੀ, ਚੰਗੇ ਕੰਮ ਕਰਨੇ, ਇਹ ਹਨ ਕਾਬਾ। ਇਹ ਹੈ ਕਾਬਾ ਤੁਹਾਡੇ ਲਈ, ਚੰਗੇ ਕੰਮ ਕਰਨੇ, ਚੰਗੀ ਕਰਨੀ ਕਰਨੀ, ਭਲੇ ਕਰਮਾਂ 'ਚ ਪ੍ਰਵਿਰਤ ਹੋਣਾ, ਇਹ ਕਾਬਾ ਹੈ। ਸੱਚ ਪੀਰ, ਤੇ ਸੱਚ ਨੂੰ ਹੀ ਆਪਣਾ ਪੀਰ ਜਾਣਨਾ, ਔਰ ਚੰਗੇ ਕਰਮ ਕਰਨੇ, ਇਹ ਕਲਮਾ ਪੜ੍ਹਨੀਆਂ ਤੇ ਨਮਾਜ਼ ਪੜ੍ਹਨ ਦੇ ਤੁਲ ਹਨ।
ਤਸਬੀ ਜਾਂ ਤਿਸ ਪਾਵਸੀ ਨਾਨਕ ਰੱਖੇ ਲਾਜ। ਤਸਬੀ ਸਾਤ ਇਸ ਭਾਵ ਸੀ। ਤਸਬੀ ਕਹਿੰਦੇ ਆ ਮਾਲਾ ਨੂੰ। ਕਹਿੰਦੇ ਮਾਲਾ ਦਾ ਮਤਲਬ ਇਹ ਹੈ ਕਿ ਉਹਨੂੰ ਭਾ ਜਾਓ। ਤਸਬੀ ਆਪਾਂ ਮਾਲਾ ਕਹਿੰਦੇ ਨੇ, ਤਸਬੀ ਕਹਿੰਦੇ ਆ ਪਰਮੇਸ਼ਰ ਨੂੰ ਭਾ ਜਾਣਾ, ਅਕਾਲ ਪੁਰਖ ਨੂੰ ਭਾਣਾ ਹੀ ਅਸਲ ਵਿੱਚ ਹੱਥ ਵਿੱਚ ਤਸਬੀ ਫੜਨਾ ਹੈ। ਜੇ ਇਉਂ ਰਹੋਗੇ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਤੁਹਾਡੀ ਲਾਜ ਰੱਖੇਗਾ, ਉਹ ਤੁਹਾਡੀ ਲੱਜਿਆ ਤਦੇ ਰੱਖੇਗਾ ਜੇ ਏਦਾਂ ਦੇ ਕਰਮ ਕਰੋਗੇ ਜੋ ਉਪਰੋਕਤ ਦੱਸੇ ਹਨ। ਦੋਹਰਾ ਰੁਕਨ ਦੀਨ ਕਾਜੀ ਹੋ ਤੋ ਸੁਨ ਸੋ ਬੈਨ ਅਲਾਏ। ਕਾਜੀ ਰੁਕਨ ਦੀਨ ਵੀ ਉੱਥੇ ਹੀ ਬੈਠਾ ਸੀ। ਇਹਦੇ ਨਾਲ ਮਹਾਰਾਜ ਜੀ ਦੀ ਵਾਰਤਾ ਹੋਈ, ਲਿਖੀ ਮਿਲਦੀ ਹੈ ਮੱਕੇ ਕੀ ਗੋਸ਼ਟ, ਜਿਹੜੀ ਕਾਜੀ ਰੁਕਨ ਦੀਨ ਨਾਲ ਸਤਿਗੁਰਾਂ ਦੀ ਵਾਰਤਾ ਹੋਈ, ਉਹ ਲਿਖਤ ਮਿਲ ਜਾਂਦੀ ਹੈ। ਕਾਜੀ ਰੁਕਨ ਦੀਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਾ ਸੀ। ਸੁਣ ਕੇ ਸਤਿਗੁਰਾਂ ਦੇ ਬਚਨ ਬੋਲਿਆ, ਮਾਨਤ ਹੋ ਕੈ ਦੋ ਨਹੀਂ ਪੈਗੰਬਰ ਜੇ ਖੁਦਾਏ। ਕਹਿਣ ਲੱਗਾ ਜੀ ਜਿਹੜੇ ਸਾਡੇ ਪੈਗੰਬਰ ਨੇ ਖੁਦਾ ਦੇ, ਉਹਨਾਂ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਬੋਲਿਆ ਕਿ ਜਿਹੜੇ ਸਾਡੇ ਪੈਗੰਬਰ ਨੇ, ਰਸੂਲ ਨੇ ਖੁਦਾ ਦੇ, ਤੁਸੀਂ ਉਹਨਾਂ ਨੂੰ ਮੰਨਦੇ ਹੋ? ਏਦਾਂ ਪੁੱਛਣ ਲੱਗਾ। ਹਾਂਜੀ। ਸਵਈਆ ਸ਼੍ਰੀ ਗੁਰੂ ਨਾਨਕ ਬੈਨ ਪਨੇ ਦਰਬਾਰ ਖੁਦਾਏ ਕੇ ਕੀਤੇ ਆਗਾਰੀ। ਸਤਿਗੁਰੂ ਜੀ ਬੋਲੇ, ਕਹਿੰਦੇ ਕਾਜੀ ਰੁਕਨ ਦੀਨ ਸੁਣ, ਜਿਤ ਦਰ ਲੱਖ ਮੁਹੰਮਦਾ। ਉਹ ਅਕਾਲ ਪੁਰਖ ਪਰਮੇਸ਼ਰ ਦੇ ਦਰਵਾਜ਼ੇ ਦੇ ਉੱਤੇ ਤਾਂ ਲੱਖਾਂ ਹਜ਼ਰਤ ਮੁਹੰਮਦ ਸਾਹਿਬ ਖਲੋਤੇ ਹੈ। ਇੱਕ ਨੂੰ ਕਿੱਥੇ ਮੰਨੀਏ? ਕਹਿੰਦੇ ਉੱਥੇ ਤਾਂ ਲੱਖਾਂ ਹੀ ਖਲੋਤੇ ਆ ਪਰਮੇਸ਼ਰ ਦੇ ਦਰ ਤੇ। ਜਿਹਦੇ ਦਰ ਤੇ ਲੱਖਾਂ ਖਲੋਤੇ ਨੇ, ਅਸੀਂ ਉਸ ਨੂੰ ਮੰਨਦੇ ਹਾਂ, ਅਕਾਲ ਪੁਰਖ। ਹਾਂਜੀ। ਹੱਥ ਸੋ ਬਾਂਦੇ ਖਰੇ ਹੈ ਪੈਗੰਬਰ। ਜਿਹਦੇ ਦਰ ਤੇ ਹਜ਼ਾਰਾਂ ਲੱਖਾਂ ਪੈਗੰਬਰ ਹੱਥ ਜੋੜ ਕੇ ਖਲੋਤੇ ਹਨ। ਲੱਖਾਂ ਪੈਗੰਬਰ ਉਸ ਖੁਦਾ ਦੇ ਦਰ ਤੇ। ਸਾਈਂ ਮੀਆਂ ਮੀਰ ਜੀ ਨੇ, ਸ਼ਾਹਜਹਾਨ ਨੇ ਸ਼ੰਕਾ ਕੀਤਾ। ਸਾਈਂ ਮੀਆਂ ਮੀਰ ਨੂੰ ਕਹਿੰਦਾ, ਸਾਈਂ ਜੀ ਤੁਸੀਂ ਮੁਸਲਮਾਨ ਹੋ ਤੇ ਸਿੱਖਾਂ ਦੇ ਗੁਰੂ ਆਏ ਤੁਹਾਡੇ ਕੋਲ, ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਸਾਡੀ ਤੋਹੀਨ ਕੀਤੀ ਹੈ ਮੁਸਲਮਾਨਾਂ। ਸਾਈਂ ਮੀਆਂ ਮੀਰ ਜੀ ਕਹਿੰਦੇ, ਬਾਦਸ਼ਾਹ ਸਲਾਮਤ ਸੁਣ, ਮੇਰੇ ਵਰਗੇ ਜਿਤਨੇ ਪੀਰ ਨੇ, ਮੇਰੇ ਜੈਸੇ ਜਿਤਨੇ ਪੀਰ, ਜਿਤਨੇ ਪੈਗੰਬਰ ਨੇ, ਉਹ ਖੁਦਾ ਦੇ ਦਰ ਤੇ ਜਾ ਕੇ ਖਲੋਂਦੇ। ਤੁਹਾਡੇ ਵਰਗੇ ਜਿਹੜੇ ਸਾਡੇ ਮੁਰੀਦ ਸਾਡੇ ਕੋਲੋਂ ਮੰਗਦੇ ਨੇ, ਅਸੀਂ ਉਹ ਖੁਦਾ ਕੋਲੋਂ ਜਾ ਕੇ ਮੰਗਦੇ। ਦਰਵਾਜ਼ੇ ਤੇ ਖਲੋ ਜਾਂਦੇ ਆ, ਆਵਾਜ਼ ਮਾਰਦੇ ਆ, ਖੁਦਾ ਸਾਡੀ ਇਹ ਪੁਕਾਰ ਹੈ। ਦਰਵਾਜ਼ਾ ਖੁੱਲ੍ਹਦਾ, ਦਰਵਾਜ਼ਾ ਖੋਲ ਕੇ ਬਾਹਰ ਆ ਕੇ ਜਿਹੜੇ ਸਾਡੀ ਪੁਕਾਰ ਸੁਣਦੇ ਨੇ ਬਾਦਸ਼ਾਹ, ਉਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਹਨ। ਸਤਿ ਸ੍ਰੀ ਅਕਾਲ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹੁੰਦੇ ਨੇ, ਉੱਥੇ ਬਾਹਰ ਆ ਕੇ ਸਾਡੀ ਪੁਕਾਰ ਸੁਣਦੇ ਆ। ਅੰਦਰ ਜਾਂਦੇ ਨੇ, ਬਾਹਰ ਆ ਕੇ ਦੱਸਦੇ ਨੇ ਤੁਹਾਡੀ ਪੁਕਾਰ ਪ੍ਰਵਾਨ ਹੋ ਗਈ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਵੱਖਰਾ ਖੁਦਾ ਹੋਰ ਹੈ ਜਾਂ ਫਿਰ ਇਹੀ ਖੁਦਾ ਹਨ। ਪਰ ਮੈਂ ਕਹਿਣਾ ਕਿ ਇਹੀ ਖੁਦਾ ਨੇ, ਕਿਉਂਕਿ ਅੰਦਰ ਜੋ ਪਰਦੇ ਵਿੱਚ ਹੈ ਉਹਦੇ ਬਾਰੇ ਸਾਨੂੰ ਨਹੀਂ ਪਤਾ। ਸਾਨੂੰ ਤਾਂ ਇਹੀ ਦਰਸ਼ਨ। ਧੰਨ ਗੁਰੂ ਨਾਨਕ ਸਾਹਿਬ ਉਹ ਹਨ, ਬੋਲ ਰਹੇ ਨੇ। ਕਹਿੰਦੇ ਉੱਥੇ ਤਾਂ ਹਜ਼ਾਰਾਂ ਪੈਗੰਬਰ, ਹਜ਼ਾਰਾਂ ਰਸੂਲ ਉਸ ਖੁਦਾ ਦੇ ਦਰਬਾਰ ਦੇ ਸਨਮੁਖ ਖਲੋਤੇ, ਉਸ ਖੁਦਾ ਕੋਲੋਂ ਮੰਗਦੇ ਹਨ, ਹੱਥ ਬੰਨ੍ਹ ਕੇ ਮੰਗਦੇ ਹਨ। ਕੀਤੇ ਹੈ ਪੀਰ ਉਹ ਸ਼ੇਖ ਸਲਾਰੀ। ਕਿਤਨੇ ਹੀ ਪੀਰ ਨੇ, ਕਿਤਨੇ ਸ਼ੇਖ ਤੇ ਸਲਾਰ ਹਨ। ਕੀਤੇ ਆਹੇ ਸਿੱਕਦਾਰ ਤਾਹਾਂ
ਤਿਨ ਕੌਣ ਗਿਨੇ ਗਿਨਤੀ ਤਿਨ ਪਾਰੀ। ਕਿਤਨੇ ਹੀ ਉੱਥੇ ਸਿਕਦਾਰ ਚੌਧਰੀ ਨੇ, ਕਿਤਨੇ ਹੀ ਨੇ, ਗਿਣਤੀ ਵਿੱਚ ਹੀ ਨਹੀਂ ਆਉਂਦੇ। ਮਹਾਰਾਜ ਜੀ ਕਹਿੰਦੇ ਉਸ ਖੁਦਾ ਦੇ ਦਰ ਦੇ ਉੱਤੇ जेऊ हदूर खुदाए रहे तिनको न सके कर को हटकारी। ਮਹਾਰਾਜ ਜੀ ਕਹਿੰਦੇ ਜਿਹੜੇ ਖੁਦਾ ਦੇ ਹਦੂਰ ਰਹਿੰਦੇ ਹਨ ਉਹਨਾਂ ਨੂੰ ਫਿਰ ਕੋਈ ਰੋਕ ਟੋਕ ਨਹੀਂ, ਉਹਨਾਂ ਨੂੰ ਅੰਦਰ ਜਾਣ ਵਾਸਤੇ ਵੀ ਕੋਈ ਰੋਕ ਟੋਕ ਨਹੀਂ ਖੁਦਾ ਦੇ ਘਰ ਵਿੱਚ। दोहरा जिन्हें खुदाई बिसारियो ਆਵੇਂ ਤਿਨ ਕੇ ਹੇਤ। ਕਹਿੰਦੇ ਜਿਨ੍ਹਾਂ ਨੇ ਖੁਦਾ ਨੂੰ ਵਿਸਾਰਿਆ ਹੋਇਆ, ਖੁਦਾ ਨੂੰ ਭੁਲਾਇਆ ਹੋਇਆ, ਉਹ ਖੁਦਾ ਨੂੰ ਭੁਲਾਉਣ ਵਾਲੇ ਲੋਕਾਂ ਦੇ ਵਾਸਤੇ ਭਲੋ ਪੰਥ ਦਿਖਰਾਏ ਕੈ ਜਾਵੇਂ ਆਪਨ ਨਿਕੇਤ। ਰੱਬ ਦੇ ਪਿਆਰੇ ਪੈਗੰਬਰ ਉਹ ਇਸ ਧਰਤੀ ਤੇ ਆਉਂਦੇ ਨੇ ਭਲਾ ਰਾਹ ਵਿਖਾਉਣ ਵਾਸਤੇ, ਔਰ ਵਿਖਾ ਕੇ ਮੁੜ ਕੇ ਫਿਰ ਖੁਦਾ ਦੇ ਦਰ ਤੇ ਚਲੇ ਜਾਂਦੇ ਹਨ। ਅਬ ਤੁਮਰਾ ਪਿਕੰਬਰੀ ਭੂਲ ਗਏ ਮਤ ਮੰਦ। ਮਹਾਰਾਜ ਜੀ ਕਹਿੰਦੇ ਉਹ ਮਾੜੀ ਮੱਤ ਵਾਲਿਓ, ਤੁਹਾਡੇ ਪੈਗੰਬਰਾਂ ਨੇ ਜਿਹੜਾ ਤੁਹਾਨੂੰ ਰਾਹ ਦੱਸਿਆ ਸੀ ਤੁਸੀਂ ਭੁੱਲ ਗਏ ਹੋ। ਤੁਹਾਡੇ ਪੈਗੰਬਰ, ਤੁਹਾਡੇ ਰਸੂਲ ਜਿਹੜਾ ਤੁਹਾਨੂੰ ਰਸਤਾ ਦੱਸ ਗਏ ਨੇ, ਤੁਸੀਂ ਉਸ ਰਸਤੇ ਨੂੰ ਭੁੱਲੇ ਹੋਏ ਹੋ। ਉਸ ਰਸਤੇ ਨੂੰ ਭੁਲਾ ਕੇ ਹੋਰ ਰਾਹਾਂ ਤੇ ਚੱਲ ਰਹੇ ਹੋ। ਪੱਖ ਬਾਦ ਉਰ ਮੈਂ ਤਰਿਓ ਜਾਓ ਨਰਕ ਜਮ ਫੰਦ। ਤੁਸੀਂ ਪੱਖਵਾਦ ਵਿੱਚ ਉਲਝੇ ਹੋਏ ਹੋ। ਦੱਸੋ ਕਿੱਥੇ ਤੁਹਾਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਕੇਵਲ ਮੁਸਲਮਾਨ ਹੀ ਬਹਿਸ਼ਤ ਜਾਣਗੇ, ਬਾਕੀ ਸਭ ਨਰਕਾਂ ਨੂੰ? ਕਿੱਥੇ ਤੁਹਾਨੂੰ ਹਜ਼ਰਤ ਮੁਹੰਮਦ ਸਾਹਿਬ ਕਹਿ ਗਏ ਨੇ ਕਿ ਹਿੰਦੂਆਂ ਨੂੰ ਕਾਫਰ ਕਹੋ, ਉਹਨਾਂ ਨਾਲ ਲੜੋ ਝਗੜੋ, ਰੱਬ ਦੇ ਬੰਦਿਆਂ ਨੂੰ, ਖੁਦਾ ਦੇ ਬੰਦਿਆਂ ਨੂੰ ਬੰਦਾ ਨਾ ਸਮਝੋ? ਤੁਹਾਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਤਾਂ ਨਹੀਂ ਇਹ ਸਭ ਕੁਝ ਕਿਹਾ, ਪਰ ਤੁਸੀਂ ਉਸ ਪਾਸੇ ਚੱਲ ਪਏ ਹੋ। ਪੱਖਵਾਦ ਵਿੱਚ ਉਲਝ ਕੇ ਲੜ ਰਹੇ ਹੋ, ਝਗੜ ਰਹੇ ਹੋ। ਅਬ ਦੇਵੋਂ ਸਮਝਾਏ ਮੈਂ ਮਾਰਗ ਭਲੋ ਬਤਾਏ। ਜਿਹੜਾ ਰਸਤਾ ਤੁਹਾਡੇ ਪੈਗੰਬਰਾਂ ਨੇ ਤੁਹਾਨੂੰ ਦੱਸਿਆ ਤੁਸੀਂ ਭੁੱਲ ਗਏ ਹੋ, ਮੈਂ ਤੁਹਾਨੂੰ ਉਹੀ ਰਸਤਾ ਚੇਤੇ ਕਰਾਉਣ ਵਾਸਤੇ ਆਇਆ ਕਿ ਆਹ ਰਸਤਾ ਤੁਹਾਡੇ ਪੈਗੰਬਰ ਸਾਹਿਬ ਦਾ ਦੱਸਿਆ ਹੋਇਆ, ਆਪਣੇ ਇਸ ਰਸਤੇ ਤੇ ਚੱਲ ਕੇ ਪਰਮਾਰਥ ਦੇ ਪਾਂਧੀ ਬਣੋ। ਬਾਦਸ਼ਾਹ ਕਹਿੰਦੇ ਜਿਹੜਾ ਰਾਹ ਤੁਸੀਂ ਭੁੱਲ ਗਏ ਹੋ ਆਪਣੇ ਪੈਗੰਬਰਾਂ ਦਾ ਦੱਸਿਆ ਹੋਇਆ, ਉਹ ਰਸਤਾ ਤੁਹਾਡੇ ਹੀ ਦੱਸੇ ਪੈਗੰਬਰਾਂ ਦਾ ਤੁਹਾਨੂੰ ਚੇਤੇ ਕਰਾਉਣ ਵਾਸਤੇ ਇੱਥੇ ਆਏ ਹਾਂ। ਜਿਨੇ ਮਾਨੋ ਤਾਈ ਕੋ ਪਰੋ ਨਰਕ ਮੈਂ ਜਾਏ। ਜੇ ਤੁਸੀਂ ਨਾ ਮੰਨੋਗੇ, ਆਪਣੇ ਪੈਗੰਬਰਾਂ ਦੇ ਦੱਸੇ ਰਾਹ ਤੇ ਨਾ ਟੁਰੋਗੇ, ਤੇ ਫਿਰ ਦੋਜਕਾਂ ਦੀ ਅੱਗ ਦੇ ਵਿੱਚ ਤੁਸੀਂ ਸੜੋਗੇ। ਸੁਨ ਕਰ ਊਚੇ ਬਚਨ ਕੋ ਪੂਜਨ ਲਗੇ ਈਮਾਨ। ਉਸ ਵੇਲੇ ਸਾਹਿਬ ਨੇ ਜਦੋਂ ਗਰਜਵੀਂ ਆਵਾਜ਼ 'ਚ ਬਚਨ ਕਹੇ ਤੇ ਸੁਣ ਕੇ ਪੁੱਛਣ ਲੱਗੇ ਈਮਾਨ ਦੀ ਗੱਲ। ਹਿੰਦੂ ਵੱਡਾ ਕੇ ਤੁਰਕ ਹੈ ਕਰੀਏ ਆਪ ਬਖਾਨ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨੋਈ। ਦੱਸੋ ਜੀ ਹਿੰਦੂ ਵੱਡੇ ਨੇ ਕਿ ਮੁਸਲਮਾਨ ਵੱਡੇ ਹਨ? ਕਲਾ ਦਿਖਾਈ ਵੱਡੀ ਤੈਂ ਪੂਰਬ ਕਿਨੋ ਨਾ ਕੀਨ। ਤੁਸੀਂ ਇਹ ਬੜੀ ਵੱਡੀ ਕਲਾ ਵਿਖਾਈ, ਅੱਜ ਤੋਂ ਪਹਿਲਾਂ ਕਦੇ ਇਹੋ ਜੀ ਕਲਾ ਇੱਥੇ ਕਿਸੇ ਨੇ ਨਹੀਂ ਵਿਖਾਈ। ਚਰਨ ਸੰਗ ਕਾਬਾ ਫੇਰਿਓ ਮੈਂ ਮਾ ਜਾਨੀ ਪੀਨ। ਤੁਹਾਡੇ ਚਰਨਾਂ ਨਾਲ ਕਾਬਾ ਫਿਰਿਆ, ਅਸੀਂ ਤੁਹਾਡੀ ਵੱਡੀ ਭਾਰੀ ਮਹਿਮਾ ਨੂੰ ਜਾਣ ਲਿਆ ਹੈ। ਕਬਿਤ ਐਸੇ ਸੁਨ ਬੈਨ ਬੋਲੇ ਗੁਰੂ ਗੁਣ ਐਨ ਤਬ। ਜਦੋਂ ਇਹਨਾਂ ਨੇ ਪੁੱਛਿਆ ਨਾ ਜੀ ਦੱਸੋ ਹਿੰਦੂ ਵੱਡੇ ਕਿ ਮੁਸਲਮਾਨ, ਮਹਾਰਾਜ ਗਰੀਬ ਨਵਾਜ ਸਾਹਿਬ ਜੀ ਬੋਲੇ, ਕਹਿਣ ਲੱਗੇ ਪੰਜ ਤਤ ਸਾਜੇ ਸਭ ਦੇਹ ਇੱਕ ਸਾਰਹੀ। ਮਹਾਰਾਜ ਜੀ ਕਹਿੰਦੇ ਸਰੀਰ ਹਿੰਦੂ ਦਾ ਹੋਵੇ ਤੇ ਸਰੀਰ ਭਾਵੇਂ ਮੁਸਲਮਾਨ ਦਾ ਹੋਵੇ, ਬਣੇ ਦੋਨਾਂ ਦੇ ਪੰਜਾਂ ਤੱਤਾਂ ਦੇ ਹੈ। ਇਹ ਨਹੀਂ ਵੀ ਇੱਕ ਅੱਧਾ ਤੱਤ ਮੁਸਲਮਾਨਾਂ 'ਚ ਵੱਧ ਪਾਤਾ ਤੇ ਉਹ ਵੱਡੇ ਹੋ ਗਏ, ਜਾਂ ਇੱਕ ਅੱਧਾ ਤੱਤ ਹਿੰਦੂਆਂ 'ਚ ਘੱਟ ਪਾਇਆ ਪਰਮੇਸ਼ਰ ਨੇ ਤੇ ਉਹ ਛੋਟੇ ਹੋ ਗਏ, ਜਾਂ ਉਹਨਾਂ 'ਚ ਵੱਧ ਪਾ ਕੇ ਉਹਨਾਂ ਨੂੰ ਵੱਡਿਆਂ ਕਰਤਾ ਹੈ, ਜਾਂ ਤੁਹਾਡੇ 'ਚੋਂ ਇੱਕ ਅੱਧਾ ਤੱਤ ਘੱਟ ਕਰਕੇ ਤੁਹਾਨੂੰ ਛੋਟਿਆਂ ਕਰਤਾ। ਮਹਾਰਾਜ ਕਹਿੰਦੇ ਪੰਜਾਂ ਤੱਤਾਂ ਦੇ ਉਹ ਬਣੇ, ਪੰਜਾਂ ਦੇ ਤੁਸੀਂ ਬਣੇ।
नैन कान नास का बदन कीने एक हूं से। ਬਾਹਰੋਂ ਥੋੜੀਆਂ ਸ਼ਕਲਾਂ ਸੂਰਤਾਂ ਵੱਖੋ ਵੱਖਰੀਆਂ, ਅੱਖਾਂ ਤੁਹਾਨੂੰ ਵੀ ਦੋ ਲਾਈਆਂ ਨੇ, ਅੱਖਾਂ ਉਹਨਾਂ ਨੂੰ ਵੀ ਦੋ ਲਾਈਆਂ ਨੇ, ਨੱਕਾਂ ਤੁਹਾਨੂੰ ਵੀ ਉਹੋ ਜੀਆਂ ਉਹਨਾਂ ਨੂੰ ਵੀ ਉਹੋ ਜੀਆਂ, ਕੰਨ ਤੁਹਾਡੇ ਵੀ ਉਹੋ ਜਿਹੇ ਉਹਨਾਂ ਦੇ ਵੀ ਉਹੋ ਜਿਹੇ। ਕਲਗੀਧਰ ਸੁਆਮੀ ਵੀ ਲਿਖਦੇ, ਇੱਕ ਹੈ ਨੈਣ ਇੱਕ ਹੈ ਕਾਨ, ਹਾਕ ਬਾਕ ਆਪ ਕੋ ਰਲਾਓ ਹੈ। ਕਹਿੰਦੇ ਇੱਕੋ ਜਿਹੀਆਂ ਅੱਖਾਂ ਨੇ, ਇੱਕੋ ਜਿਹੇ ਕੰਨ ਨੇ, ਇੱਕੋ ਜਿਹੀਆਂ ਨਾਸਕਾਵਾਂ ਨੇ, ਇੱਕੋ ਜਿਹੇ ਮੂੰਹ ਤੁਹਾਡੇ ਪਾੜਦੇ ਐ, ਉਦਾਂ ਦੇ ਉਹਨਾਂ ਦੇ ਮੂੰਹ ਖੁੱਲਦੇ ਆ। ਹਾਂਜੀ, ਕਿਰਿਆ ਸਮ ਪਾਈ ਹੱਥ ਪਾਵ ਕੇ ਮਝਾਰਈ। ਹੱਥਾਂ ਪੈਰਾਂ ਦੀ ਕਿਰਿਆ ਵੀ ਇੱਕੋ ਜਿਹੀ ਹੈ। ਹੱਥਾਂ ਨਾਲ ਜੋ ਕੰਮ ਤੁਸੀਂ ਕਰਦੇ ਹੋ ਵੀ ਕਰਦੇ ਨੇ। ਇਹ ਤਾਂ ਨਹੀਂ ਵੀ ਤੁਹਾਡੇ ਹੱਥ ਵੇਖਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਹੱਥ ਜਿਹੜੇ ਨੇ ਉਹ ਬੋਲਣ ਦਾ ਕੰਮ ਕਰਦੇ ਨੇ। ਐਸਾ ਤਾਂ ਨਹੀਂ ਹੈ ਕਿ ਤੁਹਾਡੇ ਪੈਰ ਜਿਹੜੇ ਨੇ ਇਹ ਸੁਣਨ ਦਾ ਕੰਮ ਕਰਦੇ ਹੋਣ ਤੇ ਹਿੰਦੂਆਂ ਦੇ ਪੈਰ ਜਿਹੜੇ ਨੇ ਉਹ ਟੁਰਨ ਦਾ ਕੰਮ ਕਰਦੇ ਹੋਣ। ਪੈਰ ਉਹਨਾਂ ਦੇ ਵੀ ਚੱਲਣ ਦਾ ਹੀ ਕੰਮ ਕਰਦੇ ਆ, ਪੈਰ ਤੁਹਾਡੇ ਵੀ ਚੱਲਣ ਦਾ ਹੀ ਕੰਮ ਕਰਦੇ ਆ। ਰੱਬ ਨੇ ਤਾਂ, ਖੁਦਾ ਨੇ ਤਾਂ ਕੋਈ ਫਰਕ ਰੱਖਿਆ ਹੀ ਨਹੀਂ। ਤੁਸੀਂ ਕਾਹਦੇ ਫਰਕ ਬਣਾਏ ਹੋਏ? ਉਹਨੇ ਤਾਂ ਇੱਕੋ ਜਿਹਾ ਬਣਾਇਆ। ਹਾਂ, ਸ਼ਕਲਾਂ ਸੂਰਤਾਂ ਵੱਖੋ ਵੱਖਰੀਆਂ ਹੋ ਸਕਦੀਆਂ, ਰੰਗ ਰੂਪ, ਪਰ ਸਰੀਰਾਂ ਦੀਆਂ ਬਣਤਰਾਂ, ਅੱਖਾਂ, ਨੱਕ, ਕੰਨ, ਹੱਥ, ਪੈਰ, ਉਹ ਸਭ ਨੇ ਪਰਮੇਸ਼ਰ ਨੇ ਸਭ ਦੇ ਇੱਕੋ ਜਿਹੇ ਬਣਾਏ ਹਨ। ਦੇਸ਼ਨ ਕੇ ਪੇਸ ਕੋ ਪ੍ਰਭਾਵ ਤਾਰ ਰਿਦੇ ਮਾਏ। ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਵੱਖੋ ਵੱਖਰੇ ਇਲਾਕਿਆਂ ਦੇ ਪ੍ਰਭਾਵ ਨੇ ਉਹਦੇ ਮੁਤਾਬਕ ਸਰੀਰਾਂ ਦੀਆਂ ਕੱਦ ਕਾਠੀਆਂ ਤਾਂ ਫਰਕ ਹੁੰਦਾ ਹੈ, ਰੰਗ ਰੂਪ ਦਾ ਵੀ ਫਰਕ ਹੁੰਦਾ ਹੈ, ਪਰ ਪਹਿਰਾਵਾ ਵੀ ਵੱਖਰਾ ਹੋ ਸਕਦਾ, ਬੋਲੀ ਵੱਖਰੀ ਹੋ ਸਕਦੀ ਹੈ। ਪੱਖਬਦ ਗਾਡੇ ਹੋਏ ਕੇ ਝਗਰੇ ਗਵਾਰਈ। ਪਰ ਐਸਾ ਨਹੀਂ ਕਿ ਹਿੰਦੂਆਂ ਦੀਆਂ ਅੱਖਾਂ ਵੇਖਣ ਦਾ ਕੰਮ ਕਰਦੀਆਂ ਨੇ ਤੇ ਤੁਹਾਡੀਆਂ ਅੱਖਾਂ ਵੇਖਣ ਦੇ ਨਾਲ ਨਾਲ ਸੁਣਦੀਆਂ ਵੀ ਹੋਣ। ਉਹ ਵੀ ਵੇਖਦੀਆਂ ਹੀ ਨੇ ਨਾ, ਉਹ ਵੀ ਵੇਖਣ ਦੀ ਕਿਰਿਆ ਹੀ ਕਰਦੀਆਂ ਨੇ। ਮਹਾਰਾਜ ਜੀ ਕਹਿੰਦੇ ਇਹ ਕੇਵਲ ਬਾਹਰਲੇ ਪ੍ਰਭਾਵ ਕਰਕੇ ਵਖਰੇਵਾਂ ਹੈ। ਤੁਸੀਂ ਇਸੇ ਨੂੰ ਪੱਖਵਾਦ ਬਣਾ ਕੇ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਪੰਡਤ ਹਰਦਿਆਲ ਜੀ ਨੇ ਕਿਹਾ ਸੀ, ਪਟਵਾਰੀ ਜੀ ਇਹਨਾਂ ਦਾ ਨਾਮ ਮੈਂ ਨਾਨਕ ਇਸ ਕਰਕੇ ਰੱਖਿਆ, ਸੁਣੋ, ਹਜ਼ਰਤ ਮੁਹੰਮਦ ਸਾਹਿਬ ਆਏ, ਉਹਨਾਂ ਨੂੰ ਕੇਵਲ ਮੁਸਲਮਾਨਾਂ ਨੇ ਪੈਗੰਬਰ ਮੰਨਿਆ, ਹਿੰਦੂਆਂ ਨੇ ਨਹੀਂ। ਭਗਵਾਨ ਰਾਮ ਜੀ ਹੋਏ, ਭਗਵਾਨ ਕ੍ਰਿਸ਼ਨ ਜੀ ਹੋਏ, ਉਹਨਾਂ ਨੂੰ ਕੇਵਲ ਹਿੰਦੂਆਂ ਨੇ ਆਪਣਾ ਭਗਵਾਨ ਮੰਨਿਆ, ਮੁਸਲਮਾਨਾਂ ਨੇ ਨਹੀਂ। ਪਰ ਜਿਹੜੇ ਆ ਤੁਹਾਡੇ ਘਰ ਪ੍ਰਕਾਸ਼ ਧਾਰਨ ਕਰਕੇ ਆਏ ਐ, ਇਹਨਾਂ ਨੂੰ ਹਿੰਦੂ ਵੀ ਆਪਣਾ ਗੁਰੂ ਮੰਨਣਗੇ ਤੇ ਮੁਸਲਮਾਨ ਵੀ ਆਪਣਾ ਪੀਰ ਜਾਣਨਗੇ। ਸਤਿ ਸ੍ਰੀ ਅਕਾਲ। ਇਹ ਦੋਨਾਂ ਦੇ ਸਾਂਝੇ ਰਹਿਬਰ ਹੋਣਗੇ, ਦੋਨਾਂ ਦੇ ਹੀ। ਹਾਂਜੀ, ਨਾਮ ਲੇਵ ਲਾਈ ਜਾਏ ਅਧਿਕ ਵਡਾਈ ਤਾਏ। ਸੁਣੋ, ਹੁਣ ਤੁਸੀਂ ਪੁੱਛਦੇ ਹੋ ਵੱਡਾ ਕੌਣ ਹੈ? ਮਹਾਰਾਜ ਕਹਿੰਦੇ ਵੱਡਾ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਉਂਦਾ ਹੈ। ਉਹ ਭਾਵੇਂ ਤੁਹਾਡੀ ਮਰਿਆਦਾ ਅਨੁਸਾਰ ਹਿੰਦੂ ਹੋਵੇ ਤੇ ਭਾਵੇਂ ਤੁਹਾਡੀ ਮਾਨਤਾ ਦੇ ਅਨੁਸਾਰ ਮੁਸਲਮਾਨ ਹੋਵੇ, ਜਿਹੜਾ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਉਂਦਾ ਉਹ ਵੱਡਾ ਹੋ ਜਾਂਦਾ। ਹਿੰਦੂ ਲਾਵੇ ਹਿੰਦੂ ਵੱਡਾ, ਮੁਸਲਮਾਨ ਲਾ ਲਵੇ ਤਾਂ ਉਹ ਵੱਡਾ। ਜਾਨ ਕੇ ਸਰੂਪ ਨਿਜ ਉਦਰੇ ਸੰਸਾਰਈ। ਜਿਹੜੇ ਪਰਮੇਸ਼ਰ ਦੇ ਨਾਮ ਨਾਲ ਲਿਵ ਲਾ ਕੇ ਆਪਣੇ ਸਰੂਪ ਨੂੰ ਜਾਣ ਲੈਂਦੇ ਨੇ, ਉਹ ਇਹ ਸੰਸਾਰ ਤੋਂ ਉਧਰ ਜਾਂਦੇ ਨੇ। ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅਸਲੀ ਗੱਲ ਤਾਂ ਇਹ ਹੈ, ਜੇ ਅਮਲ ਚੰਗੇ ਨਹੀਂ ਕਰਦੇ ਤਾਂ ਫਿਰ ਦੋਵੇਂ ਹੀ ਨਰਕਾਂ ਦੇ ਭਾਗੀਦਾਰ ਹੋਣਗੇ, ਤੇ ਜੇ ਭਜਨ ਕਰਨਗੇ ਆਪਣੇ ਸਰੂਪ ਨੂੰ ਜਾਣਨਗੇ ਤੇ ਮੁਕਤ ਹੋ ਜਾਣਗੇ। ਦੋਹਰਾ ਭਲੇ ਅਮਲ ਕੀਏ ਬਿਨਾ ਜਾਏ ਨਰਕ ਕੋ ਦੋਏ। ਪਾਤਸ਼ਾਹ ਕਹਿੰਦੇ ਜੇ ਕਰਮ ਚੰਗੇ ਨਹੀਂ, ਅਮਲ ਚੰਗੇ ਨਹੀਂ ਤੇ ਫਿਰ ਦੋਵੇਂ ਹੀ ਨਰਕਾਂ ਨੂੰ ਜਾਣਗੇ। ਹਾਂਜੀ, ਦੇਹ ਰਹੇ ਈਆਂ ਪਰੀ ਜਬ ਲੇਖਾ ਤੈ ਹੋਏ। ਜਿਹੜੀ ਦੇਹ ਨੂੰ ਮੁਸਲਮਾਨ ਹਿੰਦੂ ਦੱਸਦੇ ਹੋ ਇੱਥੇ ਹੀ ਪਈ ਰਹਿ ਜਾਣੀ ਹੈ, ਜਦੋਂ ਉੱਥੇ ਲੇਖਾ ਹੋਣਾ ਰੂਹ ਦਾ। ਧਨ ਕੁਟੰਬ ਅਰ ਕਰਮ ਜੇ ਤੀਨ ਨਰਨ ਕੇ ਮੀਤ। ਮਹਾਰਾਜ ਜੀ ਕਹਿੰਦੇ ਧਨ, ਕੁਟੰਬ ਤੇ ਕਰਮ, ਇਹ ਤਿੰਨ ਮਿੱਤਰ ਨੇ ਬੰਦੇ ਦੇ। ਇੱਕ ਹੈ ਧਨ, ਦੂਸਰਾ ਟੱਬਰ, ਤੀਸਰੇ ਕਰਮ। ਹਾਂਜੀ, ਜਬ ਲੋ ਘਟ ਮੈਂ ਪ੍ਰਾਨ
ਤਬ ਲੋ ਧਨ ਕੀ ਪ੍ਰੀਤ। ਜਦੋਂ ਤੱਕ ਸਰੀਰ 'ਚ ਸਾਹ ਚੱਲਦੇ ਨੇ, ਪ੍ਰਾਣ ਚੱਲਦੇ ਨੇ, ਉਦੋਂ ਤੱਕ ਧਨ ਦੀ ਪ੍ਰੀਤ ਹੈ, ਉਦੋਂ ਤੱਕ ਧਨ ਹੈ। ਯਾਰਿਓ ਗਾਡਿਓ ਤਨ ਨਹੀਂ, ਤਬ ਲੋ ਕੁਟੰਬ ਸਨੇਹ। ਜਦੋਂ ਸਰੀਰ 'ਚੋਂ ਸਾਹ ਨਿਕਲ ਗਏ, ਧਨ ਉੱਥੇ ਹੀ ਪਿਆ ਰਹਿ ਜਾਂਦਾ। ਉੱਥੋਂ ਅੱਗੇ ਜਿਹੜੇ ਟੱਬਰ ਵਾਲੇ ਜੀ, ਕੁਟੰਬੀ, ਉਹ ਧਨ ਨਾਲੋਂ ਥੋੜਾ ਜਿਹਾ ਹੋਰ ਅੱਗੇ ਤੱਕ ਚੱਲਦੇ ਆ। ਕਿੱਥੇ ਤਾਈਂ? ਜਦੋਂ ਤੱਕ ਫੂਕ ਸਾੜ ਨਹੀਂ ਦਿੰਦੇ ਜਾਂ ਦੱਬ ਨਹੀਂ ਦਿੰਦੇ, ਉੱਥੇ ਤੱਕ ਕਰਦੇ ਆ। ਧਨ ਸਰੀਰ 'ਚੋਂ ਪ੍ਰਾਣ ਨਿਕਲੇ, ਉੱਥੇ ਹੀ ਜੇਬ ਪਹਿਲਾਂ ਵੇਖਦੇ ਆ। ਹੱਥ 'ਚ ਮੁੰਦਰੀ ਪਾਈ ਹੋਵੇ, ਪਹਿਲਾਂ ਉਹ ਛੇਤੀ ਨਾਲ ਲਾਓ ਬਈ, ਮੁੜ ਕੇ ਆਲੇ ਦੁਆਲੇ ਲੋਕਾਂ ਆ ਜਾਣਾ, ਆਖਣਗੇ ਵੇਖੋ ਜੀ ਹੱਥ 'ਚੋਂ ਲੰਘਦੇ ਆ। ਉਹ ਜਿਹੜਾ ਸੋਨੇ ਦਾ ਕੜਾ ਬਣਾ ਕੇ ਪਾਉਂਦਾ ਸੀ, ਵਿਖਾਉਂਦਾ ਸੀ ਮੋਟਾ ਮੋਟਾ ਪਾ ਕੇ, ਉਹ ਵੀ ਪਹਿਲਾਂ ਲਾਉਂਦੇ ਆ ਹੱਥੋਂ। ਉਹ ਧਨ ਜਦੋਂ ਇਹ ਸਰੀਰ 'ਚ ਪ੍ਰਾਣ ਨੇ, ਉਦੋਂ ਤੱਕ ਪਹਿਲਾਂ ਜੇਬ ਵੇਖਣਗੇ, ਬਟੂਆ ਕੱਢਣਗੇ ਵੀ ਨਿਬੇੜੋ ਕੰਮ ਛੇਤੀ ਛੇਤੀ। ਤੇ ਜਿਹੜੇ ਪਰਿਵਾਰ ਦੇ ਉਹ ਜੀ ਫਿਰ ਥੋੜਾ ਜਿਹਾ ਅੱਗੇ ਤੱਕ ਜਾਂਦੇ ਆ, ਸ਼ਮਸ਼ਾਨ ਭੂਮੀ ਤਾਈਂ, ਅਰਗੜ ਭੂਮੀ ਤਾਈਂ, ਉੱਥੇ ਤਾਈਂ ਲੈ ਕੇ ਜਾਂਦੇ। ਮਹਾਰਾਜ ਕਹਿੰਦੇ ਉੱਥੇ ਤੱਕ ਇਹਨਾਂ ਦਾ ਨਿਭਾਓ ਹੈ। ਪੋਹਰ ਨ ਕੋ ਸੰਗ ਹੋਏ, ਸਮਝ ਪਲੇ ਉਰਲੇ। ਉਸ ਤੋਂ ਅੱਗੇ ਜਿਹੜੇ ਇਸ ਜੀਵ ਦੇ ਮਿੱਤਰ ਨੇ, ਉਹ ਨੇ ਕਰਮ, ਉਹ ਅੱਗੇ ਤੱਕ ਜਾਣੇ। ਹੁਣ ਤੁਸੀਂ ਵੇਖੋ ਕਿ ਤੁਸੀਂ ਕਰਮ ਕਿਹੋ ਜਿਹੇ ਕਰ ਰਹੇ ਹੋ। ਦੁਸ਼ਮਣੇ, ਜਿਹੜੇ ਦੁਸ਼ਮਣ ਰੂਪ ਕਰਮ ਨੇ ਉਹ, ਜਾਂ ਜਿਹੜੇ ਸੱਜਣ ਰੂਪ ਕਰਮ ਨੇ ਉਹ। ਮਹਾਰਾਜ ਜੀ ਕਹਿੰਦੇ ਇਸ ਗੱਲ ਨੂੰ ਆਪਣੇ ਹਿਰਦੇ 'ਚ ਸਮਝੋ, ਵਿਚਾਰੋ, ਇਹਨੂੰ ਆਪਣੇ ਅੰਦਰ ਘੋਖੋ ਕਿ ਤੁਹਾਡੇ ਨਾਲ ਕੀ ਜਾ ਰਿਹਾ ਹੈ। ਤੀਜੋ ਮਿੱਤਰ ਕਰਮ ਜੇ, ਸੰਗੀ ਸਦਈ ਜਾਨ। ਮਹਾਰਾਜ ਜੀ ਕਹਿੰਦੇ ਤੀਜੇ ਮਿੱਤਰ ਨੇ ਕਰਮ, ਜਿਹੜੇ ਸਦਾ ਸੰਗੀ ਨੇ, ਉੱਥੇ ਵੀ ਨਾਲ ਨਿਭਦੇ ਆ ਜਿੱਥੇ ਲੇਖਾ ਮੰਗਿਆ ਜਾਂਦਾ, ਕਿ ਉੱਥੇ ਵੀ ਨਾਲ ਹਾਜ਼ਰ ਹੁੰਦੇ ਹਨ। ਜਹਾਂ ਜਾਏ ਫਲ ਦੇਤ ਤੈਂ, ਯੋ ਨੈ ਹੋਏ ਕਬ ਹਾਨ। ਇਹ ਕਰਮ ਆਪਣੇ ਫਲ ਦਿੱਤੇ ਬਿਨਾਂ ਨਸ਼ਟ ਨਹੀਂ ਹੁੰਦੇ। ਇਹਨਾਂ ਕਰਮਾਂ ਨੇ ਫਲ ਦੇਣਾ ਹੀ ਦੇਣਾ, ਤਾਂ ਨਸ਼ਟ ਹੋਣੇ ਨੇ। ਇਹ ਉਦੋਂ ਤੱਕ ਨਸ਼ਟ ਨਹੀਂ ਹੋਣਗੇ ਜਦੋਂ ਤੱਕ ਆਪਣਾ ਫਲ ਨਹੀਂ ਦਿੰਦੇ। ਕਰਮਾਂ ਦੇ ਸੰਬੰਧ 'ਚ ਮਹਾਂਪੁਰਸ਼ ਦੱਸਦੇ ਆ ਵੀ 3 ਪ੍ਰਕਾਰ ਦੇ ਕਰਮ ਹੁੰਦੇ, ਕਿਰਿਆਮਾਨ, ਸੰਚਿਤ ਔਰ ਪ੍ਰਾਰਬਧ। ਪ੍ਰਾਰਬਧ ਭੋਗ ਲਈ ਇਹ ਕਾਇਆ ਜਿਹੜੀ ਮਿਲ ਗਈ, ਕਿਰਿਆਮਾਨ ਤੇ ਸੰਚਿਤ ਨਾਲ ਰਹਿੰਦੇ ਆ, ਉਹ ਅੱਗੇ ਫੇਰ ਅੱਗੇ ਪ੍ਰਾਰਬਧ ਬਣਾ ਦਿੰਦੇ ਆ, ਫਿਰ ਅੱਗੇ ਲੇਖਾ ਜੋਖਾ ਬਣਾ ਦਿੰਦੇ। ਜਿਹੜਾ ਸਾਧਨਾ ਕਰਨ ਵਾਲਾ ਗੁਰਮੁਖ ਹੈ, ਉਹਦੇ ਇਹ ਕਰਮ ਵੀ ਨਸ਼ਟ, ਪ੍ਰਾਰਬਧ ਉਹਨੇ ਭੋਗ ਲਈ, ਕਿਰਿਆਮਾਨ ਤੇ ਸੰਚਿਤ ਵੀ ਨਸ਼ਟ ਹੋ ਗਏ, ਉਹ ਲੇਖੇ ਤੋਂ ਮੁਕਤ ਹੋ ਕੇ ਪਰਮਾਤਮ ਤੱਤ ਵਿੱਚ ਮਿਲ ਕੇ ਵਿਲੀਨ ਹੋ ਜਾਂਦਾ। ਤੇ ਜੇ ਉਹ ਕਿਰਿਆਮਾਨ ਸੰਚਿਤ ਕਰਮ ਨਹੀਂ ਨਸ਼ਟ ਭ੍ਰਸ਼ਟ ਹੋਏ, ਤੇ ਫਿਰ ਉਹਦਾ ਲੇਖਾ ਜੋਖਾ ਮਹਾਰਾਜ ਜੀ ਕਹਿੰਦੇ ਦੇਣਾ ਪੈਂਦਾ। ਤਾਂ ਤੇ ਸੰਗ ਸਦੀਵ ਜੇ, ਕਰੋ ਸੋ ਕਰਮ ਸਪ੍ਰੀਤ। ਮਹਾਰਾਜ ਜੀ ਕਹਿੰਦੇ ਇਸ ਕਰਕੇ ਜਿਹੜੇ ਨਾਲ ਰਹਿਣੇ ਆ, ਉਹ ਸ੍ਰੇਸ਼ਟ ਕਰਮ ਕਰੋ, ਭਲੇ ਕਰਮ ਕਰੋ। ਜੇ ਪਤਾ ਹੈ ਆਪਣੇ ਕੀਤੇ ਦਾ ਫਲ ਪ੍ਰਾਪਤ ਹੋਣਾ, ਤਾਂ ਫਿਰ ਚੰਗੇ ਕਰਮਾਂ 'ਚ ਪ੍ਰਵਿਰਤ ਹੋ। ਜੇ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਫਿਰ ਮਾੜੇ ਕੰਮ ਨਾ ਕਰੋ, ਭੈੜੇ ਕਰਮ ਨਾ ਕਰੋ, ਜਿਨ੍ਹਾਂ ਵਿੱਚ ਤੁਸੀਂ ਪ੍ਰਵਿਰਤ ਹੋ ਰਹੇ ਹੋ, ਭਲੇ ਕਰਮਾਂ ਵਿੱਚ ਪ੍ਰਵਿਰਤ ਹੋਵੋ। ਬਾਦ ਪੱਖ ਤਜ ਕੈ ਸਰਬ, ਲਖੋ ਏਕ ਹਰ ਮੀਤ। ਆ ਜਿਹੜੇ ਝਗੜੇ, ਵਾਦ ਵਿਵਾਦ, ਪੱਖ ਨੇ, ਇਹਨਾਂ ਨੂੰ ਛੱਡ ਕੇ ਇੱਕ ਨੂੰ ਜਾਣੋ ਕਿ ਇੱਕ ਹੀ ਹੈ ਜਿਹੜਾ ਸਾਰਿਆਂ 'ਚ ਵਰਤ ਰਿਹਾ ਹੈ। ਕਬਿਤ ਬ੍ਰਹਮ ਜਾਂ ਕੇ ਤਨ ਨਹੀਂ, ਭਇਓ ਨਿਰਮਲ ਮਨ। ਕਹਿੰਦੇ ਜਿਸ ਦੇ ਅੰਦਰ ਭਰਮ ਨਾ ਰਹੇ, ਜਿਸ ਦਾ ਤਨ ਤੇ ਮਨ ਦੋਵੇਂ ਭਰਮ ਤੋਂ ਰਹਿਤ ਨਿਰਮਲ ਹੋ ਜਾਣ, ਦਾਵੇ ਬਾਂਦੇ ਪਾਖੋਂ ਕੇ ਰਹਿਤ ਸੰਸਾਰਈ। ਉਹ ਦੋਨਾਂ ਪ੍ਰਕਾਰ ਦੇ ਦਾਅਵਿਆਂ ਤੋਂ ਰਹਿਤ ਹੋ ਕੇ, ਨਿਰਪਕਸ਼ ਹੋ ਕੇ ਸੰਸਾਰ 'ਚ ਰਹਿੰਦੇ ਹਨ। ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜੌਨ। ਉਹ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਨੂੰ ਇੱਕ ਸਮਾਨ ਕਰਕੇ ਜਾਣਦੇ ਵੇਖਦੇ ਨੇ। ਬ੍ਰਹਮ ਕੋ ਬੇਦਾਰ ਔਰ ਦੇਖੇ ਇੱਕ ਸਾਰਈ। ਉਹ ਭਰਮ ਨੂੰ ਦੂਰ ਕਰਕੇ ਇੱਕ ਆਤਮਾ ਹਿੰਦੂ 'ਚ ਵੀ ਵੇਖਦੇ, ਇੱਕੋ ਆਤਮਾ ਮੁਸਲਮਾਨ 'ਚ ਵੀ ਵੇਖਦੇ ਨੇ। ਰਾਮ ਸੋ ਰਹੀਮ ਹੈ, ਅਲਾ ਸੇ ਅਕਾਲ ਰੂਪ। ਉਹ ਕਹਿੰਦੇ ਰਾਮ ਹੀ ਹੈ ਰਹੀਮ, ਤੇ ਰਹੀਮ ਹੀ ਹੈ ਰਾਮ। ਦੋਨਾਂ ਨੂੰ ਅੱਲਾ ਤੇ ਵਿਆਪਕ ਹੋ ਅਕਾਲ ਪੁਰਖ, ਉਹ ਇੱਕੋ ਨੂੰ ਕਰਕੇ ਵੇਖਦੇ ਜਾਣਦੇ ਨੇ ਵੀ ਉਹਨੂੰ ਕੋਈ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ,
कोई बोला राम राम, कोई खुदाए, कोई सेवा गुसैया, कोई हाँ जी जानिए खुदाए सो एक एकंकारई। एक खुदा ही है, एक अंकार जो सारिਆਂ ਚ ਵਰਤ ਰਿਹਾ ਹੈ। मूड नहीं पावे भेद बाद को रचावे नित। ਜਿਹੜੇ ਮੂਰਖ ਨੇ ਨਾ ਉਹ ਇਸ ਭੇਦ ਨੂੰ ਨਹੀਂ ਸਮਝਦੇ, ਉਹ ਲੜਾਈ ਕਰਦੇ, ਝਗੜਾ ਕਰਦੇ ਹਨ। ਇੱਕ ਵਾਰੀ ਨਾ ਇੱਕ ਅੰਨਿਆਂ ਦੇ ਪਿੰਡ 'ਚ ਹਾਥੀ ਆਇਆ ਮੁਹਾਵਤ ਲੈ ਕੇ। ਪਿੰਡ ਵਾਲਿਆਂ ਨੂੰ ਆਵਾਜ਼ ਮਾਰਦਾ, ਆਓ ਬਈ ਆਓ ਹਾਥੀ ਆਇਆ, ਹਾਥੀ ਵੇਖ। ਹੁਣ ਉਹ ਅੰਨੇ ਸੀ ਸਾਰੇ, ਕਿਵੇਂ ਵੇਖਣ? ਉਹ ਕਹਿੰਦੇ ਆ ਜਾਓ ਹੱਥ ਲਾ ਕੇ ਛੂ ਪਰਖ ਲਓ। ਇੱਕ ਨੇ ਸੁੰਡ ਵੇਖੀ, ਕਹਿੰਦੇ ਹਾਥੀ ਜਿਵੇਂ ਕੋਈ ਮੋਟੀ ਜੀ ਟਹਿਣੀ ਹੁੰਦੀ ਹੈ ਦਰਖਤ ਦੀ, ਉਹਦੇ ਵਾਂਗੂ। ਇੱਕ ਨੇ ਲੱਤ ਫੜ ਕੇ ਵੇਖੀ, ਉਹ ਕਹਿੰਦਾ ਹਾਥੀ ਥੰਮ ਵਰਗਾ। ਇੱਕ ਦੇ ਹੱਥ 'ਚ ਕੰਨ ਲੱਗੇ ਤੇ ਕਹਿੰਦਾ ਹਾਥੀ ਛੱਜ ਵਰਗਾ, ਜਿਹਦੇ 'ਚ ਅਨਾਜ ਛੰਨਦੇ ਆ, ਕਣਕ। ਅੱਜ ਕੱਲ੍ਹ ਤਾਂ ਨਹੀਂ ਛੱਡਦੇ, ਪਹਿਲਾਂ ਛੱਡਦੇ ਹੁੰਦੇ। ਉਹ ਕਹਿੰਦਾ ਹਾਥੀ ਛੱਜ ਵਰਗਾ। ਇੱਕ ਨੇ ਪੂੰਛ ਫੜੀ, ਕਹਿੰਦਾ ਹਾਥੀ ਲੱਜ ਵਰਗਾ, ਰੱਸੀ ਵਰਗਾ, ਪਰ ਇਹ ਰੱਸੀ ਦੇ ਉੱਤੇ ਨਿੱਕੇ ਨਿੱਕੇ ਵਾਲ ਲੱਗੇ ਹੋਏ ਨੇ। ਇੱਕ ਨੇ ਚਮੜੀ ਨੂੰ ਹੱਥ ਲਾਇਆ, ਉਹ ਕਹਿੰਦਾ ਇਹ ਖੁਰਦਰੇ ਪਟੜੇ ਵਾਂਗੂ ਹੈ, ਜਿਵੇਂ ਕੋਈ ਖੁਰਦਰਾ ਪਟੜਾ ਹੁੰਦਾ। ਪਾਵਤ ਕਹਿੰਦਾ ਹਾਂ ਹਾਂ ਠੀਕ ਹੈ ਜੋ ਕਰ ਰਹੇ। ਉਹ ਹਾਥੀ ਲੈ ਕੇ ਚਲਾ ਗਿਆ। ਬਾਅਦ 'ਚ ਵੇ ਸਾਰੇ ਆਪਸ 'ਚ ਰਲ ਕੇ ਗੱਲਾਂ ਕਰਨ। ਹੁਣ ਅੰਨੇ ਸੀ, ਇੱਕ ਦੂਜੇ ਨੂੰ ਇੱਕ ਕਹੇ ਜੀ ਲੱਜ ਵਰਗਾ, ਦੂਜਾ ਕਹੇ ਜੀ ਛੱਜ ਵਰਗਾ, ਤੀਜਾ ਕਹੇ ਜੀ ਥੰਮ ਵਰਗਾ, ਚੌਥਾ ਕਹੇ ਜੀ ਦਰਖਤ ਦੀ ਟਹਿਣੀ ਵਰਗਾ, ਪੰਜਵਾਂ ਕਹੇ ਖੁਰਦਰੇ ਪਟੜੇ ਵਾਂਗੂ ਹੈ। ਲੜ ਪਏ ਸਾਰੇ ਆਪਸ 'ਚ। ਕਹਿੰਦੇ ਮੈਂ ਕਿ ਸਹੀ ਕਹਿਣਾ, ਦੂਜਾ ਕਹਿੰਦਾ ਮੈਂ, ਤੀਜਾ ਕਹਿੰਦਾ ਮੈਂ। ਲੜੀ ਜਾਣ, ਕਿਉਂਕਿ ਹਮੇਸ਼ਾ ਲੜਾਈ ਅੰਨਿਆਂ ਦੀ ਹੁੰਦੀ ਹੈ। ਜਿਹੜੇ ਨੇਤਰਾਂ ਵਾਲੇ ਹੋ ਜਾਣ ਉਹਨਾਂ ਦੀਆਂ ਲੜਾਈਆਂ ਮੁੱਕ ਜਾਂਦੀਆਂ ਹਨ। ਸਮਝਣ ਵਾਲੀ ਬਾਤ ਹੈ, ਲੜਾਈ ਹਮੇਸ਼ਾ ਹੁੰਦੀ ਅੰਨਿਆਂ ਦੀ ਹੈ। ਅੰਨਿਆਂ ਦਾ ਮਤਲਬ ਜਿਨ੍ਹਾਂ ਦੇ ਕੋਲ ਗਿਆਨ ਰੂਪੀ ਚਕਸ਼ੂ ਨਾ ਹੋਣ। 5-4 ਅੰਨੇ ਕਿਤੇ ਬਾਹਰ ਗਏ ਹੋਏ, ਉਹ ਵਾਪਸ ਆਏ। ਉਹ ਕਹਿੰਦੇ ਕਿਉਂ ਲੜੀ ਜਾਂਦੇ? ਉਹ ਕਹਿੰਦੇ ਆਹ ਗੱਲ ਹੈ। ਕਹਿੰਦੇ ਵੀ ਇਹ ਮਸਲਾ ਹੱਲ ਕਿਵੇਂ ਹੋਵੇਗਾ? ਕਹਿੰਦੇ 4 ਦਿਨਾਂ ਬਾਅਦ ਹਾਥੀ ਦੁਬਾਰਾ ਆਉਣਾ। ਕਹਿੰਦਾ ਆਪਾਂ ਫਿਰ ਵੇਖਾਂਗੇ, ਭਾਵਤ ਨੂੰ ਪੁੱਛਾਂਗੇ ਵੀ ਉਹ ਦੱਸੇ ਕਿਹੋ ਜਿਹਾ। 5-4 ਦਿਨਾਂ ਬਾਅਦ ਫਿਰ ਮੁਹਾਵਤ ਆਇਆ, ਹਾਥੀ ਆਇਆ ਭਾਈ। ਇਹ ਸਾਰੇ ਕਹਿੰਦੇ ਵੀ ਉਹ ਤੂੰ ਚੰਗਾ ਆਇਆ ਸੀ, 4 ਦਿਨ ਪਹਿਲਾਂ ਸਾਡੀ ਲੜਾਈ ਕਰਾ ਕੇ ਟੁਰ ਗਿਆ। ਆਹ ਦੱਸ ਪਹਿਲਾਂ ਹਾਥੀ ਕਿਹੋ ਜਿਹਾ? ਜਿਹਨੇ ਲੱਤਾਂ ਫੜੀਆਂ ਸੀ ਉਹ ਕਹਿੰਦਾ ਹਾਥੀ ਥੰਮ ਵਰਗਾ, ਮੁਹਾਵਤ ਕਹਿੰਦਾ ਹਾਂ ਥੰਮ ਵਰਗਾ। ਜਿਹਨੇ ਕੰਨ ਫੜੇ ਸੀ ਉਹ ਕਹਿੰਦਾ ਹਾਥੀ ਛੱਜ ਵਰਗਾ, ਮੁਹਾਵਤ ਕਹਿੰਦਾ ਹਾਂ ਛੱਜ ਵਰਗਾ। ਜਿਹਨੇ ਪੂੰਛ ਫੜੀ ਸੀ ਉਹ ਕਹਿੰਦਾ ਲੱਜ ਵਰਗਾ, ਕਹਿੰਦੇ ਹਾਂ ਲੱਜ ਵਰਗਾ ਹੀ ਹੈ। ਜਦੋਂ ਸਾਰਿਆਂ ਨੇ ਦੱਸਿਆ, ਉਹ ਕਹਿੰਦੇ ਸਾਰਿਆਂ ਦੀ ਗੱਲ ਤੂੰ ਹਾਮੀ ਭਰੀ ਜਾਂਦਾ ਵੀ ਹਾਂ ਇਦਾਂ ਦਾ ਹੀ ਹੈ, ਵੀ ਇੱਕ ਹਾਥੀ ਇਦਾਂ ਕਈ ਤਰ੍ਹਾਂ ਦਾ ਕਿਵੇਂ ਹੋ ਸਕਦਾ? ਉਹ ਕਹਿੰਦਾ ਉਦੋਂ ਤੱਕ ਇਹ ਇੱਕ ਵੀ ਅਨੇਕ ਤਰ੍ਹਾਂ ਦਾ ਹੀ ਹੋਵੇਗਾ ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਦਾ ਇਲਾਜ ਕਰਕੇ ਵੇਖਣ ਨਹੀਂ ਲੱਗ ਪੈਂਦੇ। ਜਦੋਂ ਇਹਨਾਂ ਨੇਤਰਾਂ 'ਚੋਂ ਦਿਸਣ ਲੱਗ ਪਿਆ ਤੇ ਇਹ ਅਨੇਕਤਾ ਵਿੱਚ ਵੀ ਤੁਹਾਨੂੰ ਇੱਕ ਹੀ ਨਜ਼ਰ ਆਵੇਗਾ ਵੀ ਹਾਥੀ ਇੱਕੋ ਹੀ ਹੈ। ਅਸਲ ਖੇਡ ਇਹ ਹੈ, ਧੰਨ ਗੁਰੂ ਨਾਨਕ ਸਾਹਿਬ ਇਹ ਸਮਝਾ ਰਹੇ ਨੇ ਕਿ ਤੁਸੀਂ ਅਗਿਆਨਤਾ ਦੇ ਹਨੇਰੇ ਵਿੱਚ ਉਹਨੂੰ ਵੱਖਰਾ ਵੱਖਰਾ ਮੰਨੀ ਬੈਠੇ ਹੋ। ਇਹ ਹਿੰਦੂਆਂ ਦਾ ਰੱਬ ਹੈ, ਇਹ ਮੁਸਲਮਾਨਾਂ ਦਾ ਰੱਬ ਹੈ, ਇਹ ਈਸਾਈਆਂ ਦਾ, ਇਹ ਯਹੂਦੀਆਂ ਦਾ ਹੈ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਦੋਂ ਨੇਤਰ ਜਾਗ ਪੈਂਦੇ, ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀਆਂ ਅੱਖਾਂ 'ਚ ਗਿਆਨ ਦਾ ਸੁਰਮਾ ਪਾ ਕੇ ਅੱਖਾਂ ਖੋਲ੍ਹ ਦਿੰਦੇ ਹੈ, ਉਹ ਫਿਰ ਉਸ ਅਨੇਕ ਵਿੱਚ ਵੀ ਇੱਕ ਨੂੰ ਵੇਖਦੇ ਹਨ। ਇਹ ਜਗਤ ਗੁਰੂ ਬਾਬਾ ਜੀ ਸਮਝਾਉਂਦੇ। ਹਾਂਜੀ, ਪਾਏ ਦੁੱਖ ਪਾਰੀ ਜਾਏ ਨਰਕ ਮਜਾਰਈ। ਜਿਹੜੇ ਅਨੇਕ ਰੂਪ ਕਰਕੇ ਵੇਖਦੇ ਆ ਨਾ ਰੱਬ ਨੂੰ, ਪੱਖਵਾਦ ਕਰਕੇ, ਮਹਾਰਾਜ ਕਹਿੰਦੇ ਨਰਕਗਾਮੀ ਹੁੰਦੇ ਹਨ। ਕਬਿਤ ਐਸੇ ਸੁਨ ਬੈਨ ਗੁਰੂ ਨਾਨਕ ਕੋ ਨੀਵੇਂ ਸਭ। ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਮੁਸਲਮਾਨ ਝੁਕ ਗਏ ਗੁਰੂ ਚਰਨਾਂ 'ਚ। ਐਂਚ ਜਿਉ ਪਨਚ ਕੋ ਤਨੁਖ ਨਿਵ ਜਾਤ ਐ। ਕਹਿੰਦੇ ਜਿਵੇਂ ਤਨਖ ਦੀ ਤੰਦੀ ਖਿੱਚਿਆ ਤੁਨਖ ਨਹੀਂ ਨਿਵ ਜਾਂਦਾ, ਏਦਾਂ ਨਿਵ ਗਏ ਸਾਰੇ। ਪਾਏ ਮਨ ਦੀਨ ਸੋ ਖੁਦਾਏ ਦੇਹ ਚੀਨ। ਗੜ ਬਗਦਾਦ ਨਿਵਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਝੁਕਾ ਲਿਆ ਆਪਣੀ ਕਲਾ ਅੱਗੇ, ਗਿਆਨ ਅੱਗੇ।
ਪਦ ਬੰਦਨਾ ਕੋ ਕੀਨ ਜਬ ਦੇਖੀ ਕਰਾਮਾਤ ਸਤਿਗੁਰਾਂ ਦੀ ਕਲਾ ਵੇਖ ਕੇ ਚਰਨਾਂ ਤੇ ਨਮਸਕਾਰ ਕਰਦੇ ਹਨ। ਕਮਲ ਬਦਨ ਬਿਗਸਤ ਹਰ ਖਾਤ ਚਿਤ। ਮਹਾਰਾਜ ਜੀ ਦਾ ਕਮਲ ਜੈਸਾ ਮੁਖੜਾ ਵੇਖ ਕੇ ਖੁਸ਼ ਹੁੰਦੇ ਹਨ। ਮੋਹ ਕੇ ਨਿਕੰਦ ਦੇਖਾ ਭਾਨ ਪਰ ਬਾਤ। ਇਹਨਾਂ ਮੁਸਲਮਾਨਾਂ ਵੀਰਾਂ ਦੇ ਚਿਹਰੇ ਕਮਲ ਫੁੱਲ ਵਾਂਗੂ ਇਉਂ ਖਿੜੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ। ਸੇਵੇਂ ਹਿਤ ਲਾਈ ਚੰਚਰੀਕ ਜਿਉ ਲੋਭਾਈ। ਮਹਾਰਾਜ ਜੀ ਦੀ ਸੇਵਾ ਕਰਦੇ ਚਾਅ ਦੇ ਨਾਲ, ਜਿਵੇਂ ਕਮਲ ਫੁੱਲ ਦੇ ਉੱਤੇ ਭੌਰੇ ਮੰਡਰਾਉਂਦੇ ਨੇ, ਇਉਂ ਨੇੜੇ ਮੰਡਰਾਉਂਦੇ ਐ। ਔਰ ਜਾਣੇ ਗਤ ਦਾਈ ਇਹ ਚਰਨ ਜਲ ਜਾਤ। ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਇਹਨਾਂ ਨੇ ਆਪਣੇ ਮੁਕਤੀ ਦਾਤਾ ਜਾਣਿਆ। ਦੋਹਰਾ ਬੀਤੇ ਓ ਕੇਤਕ ਕਾਲ ਜਬ ਰਹਤੇ ਤਾਂ ਸਥਾਨ। ਸਤਿਗੁਰੂ ਜੀ ਨੇ ਕੁਝ ਦਿਨ ਇਸੇ ਤਰ੍ਹਾਂ ਇੱਥੇ ਰਹਿ ਕੇ ਬਤੀਤ ਕੀਤੇ। ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਭਾਈ ਗੁਰਦਾਸ ਜੀ ਲਿਖਦੇ, ਮਹਾਰਾਜ ਜੀ ਦੀ ਪੂਜਾ ਹੋਈ ਇਸ ਸਥਾਨ ਤੇ। ਪੂਰਨ ਕੀਓ ਅਧਿਆਏ ਅਬ ਕਥਾ ਸੋ ਭਗ ਸੁਖ ਦਾਨ। ਮਹਾਕਵੀ ਜੀ ਕਹਿੰਦੇ ਇੱਥੇ ਮੈਂ ਅਧਿਆਏ 58ਵਾਂ ਅਧਿਆਏ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ ਪੁਰਬਾਰਦ ਦਾ ਇੱਥੇ ਸੰਪੰਨ ਕਰਦਾ ਹਾਂ। ਅਗਲਾ ਅਧਿਆਏ ਅਗਲਿਆਂ ਪ੍ਰਸੰਗਾਂ ਵਿੱਚ ਪ੍ਰਾਰੰਭ ਹੋਵੇਗਾ। ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ ਕਿ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਕੁਝ ਦਿਨਾਂ ਵਾਸਤੇ ਵਿਦੇਸ਼ ਦੀ ਯਾਤਰਾ ਤੇ ਜਾ ਰਹੇ ਹਾਂ। 15-20 ਦਿਨਾਂ ਲਈ ਅਰਦਾਸ ਕਰਨੀ ਸਤਿਗੁਰੂ ਜੀ ਆਪਣੇ ਪੰਥ ਤੇ ਪ੍ਰਚਾਰ ਦੀ ਪ੍ਰਸਾਰ ਦੀ ਸੇਵਾ ਆਪ ਮੇਰਾ ਭਰਿਆ ਹੱਥ ਰੱਖ ਕੇ ਲੈਂਦੇ ਰਹਿਣ, ਰਹਿੰਦੇ ਸਵਾਸਾਂ ਤੱਕ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਰ ਬ੍ਰਹਮ ਅਬਨਾਸੀ ਅਗਨਾਸ। ਹੇ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ। ਹੇ ਸੰਤਹ ਕੈ ਸਦਾ ਸੰਗ ਨਿਰਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਹਾਰ।
ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇ ਬੰਦੇ, ਗੁਰ ਪਾਰ ਉਤਾਰਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।